ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 214 ਅੰਗ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। ਗੌੜੀ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੇ ਸ਼ਬਦ ਚੱਲ ਰਹੇ। ਪਹਿਲਾ ਸ਼ਬਦ ਹੈਗਾ ਇਹ ਟੌਪਿਕ ਦਾ, ਲੜੀ ਦਾ। ਰਾਗ ਗੌੜੀ ਮਾਲਾ, ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਾਇਓ ਬਾਲ ਬੁੱਧ ਸੁਖ ਰੇ। ਪਾਇਓ ਬਾਲ ਬੁੱਧ ਸੁਖ ਰੇ। ਇਹ ਜਿਹੜਾ ਹੈਗਾ ਸੁਖ ਦੇ ਕੱਕੇ ਨੂੰ ਔਂਕੜ ਲੱਗੀ ਹੋਈ ਹੈ। ਔਰ ਅਗਲੀ ਲਾਈਨ ਹੈਗੀ ਉਹਦੇ ਵਿੱਚ ਵੀ ਸੁਖ ਆ ਰਿਹਾ ਆ। ਹਰਖ ਸੋਗ ਹਾਨ ਮਿਰਤ ਦੁੱਖ ਸੁਖ ਚਿੱਤ ਸਮਸਰ ਗੁਰ ਮਿਲੇ। ਇਹਦੇ ਵਿੱਚ ਵੀ ਸੁਖ ਹੈਗਾ, ਉਹਦੇ ਖੱਕੇ ਨੂੰ ਔਂਕੜ ਨਹੀਂ ਲੱਗੀ ਹੋਈ। ਇਹ ਕਿਉਂ? ਮਤਲਬ ਜਿਹੜਾ ਹੈਗਾ ਇੱਕ ਨੂੰ ਔਂਕੜ ਲਾ ਰਹੇ ਮਹਾਰਾਜ, ਇੱਕ ਨੂੰ ਨਹੀਂ ਲਾ ਰਹੇ ਔਂਕੜ। ਸੁਖ ਜਿਹੜਾ ਹੈਗਾ ਕੋਈ ਸੁਖ ਮਹਾਰਾਜ ਇਹ ਔਂਕੜ ਜਿਹੜੀ ਹੈਗੀ ਇਹ ਕਹਿੰਦੇ ਆ ਵੀ ਇਸ ਅੱਖਰ ਨੂੰ, ਕਿਉਂਕਿ ਅੱਖਰ ਦੀ ਲਿਮੀਟੇਸ਼ਨ ਹੁੰਦੀ ਆ। ਅੱਖਰ ਜਿਹੜਾ ਹੈਗਾ ਇਹ ਗਿਆਨ ਜਿਹੜਾ ਹੈਗਾ ਇਹਨਾਂ ਅੱਖਰਾਂ ਦੇ ਨਾਲ ਹੀ ਦੇਣਾ ਹੈ। 52 ਅੱਖਰ ਜਿਹੜੇ ਹੈਗੇ, ਜੋ ਵੀ ਅੱਖਰ ਜਿੰਨੀ ਵੀ 35 ਜੋ ਵੀ ਹੈਗੀ ਆ, ਇਹਦੇ ਵਿੱਚ ਹੀ ਮਹਾਰਾਜ ਨੇ ਗਿਆਨ ਦੇਣਾ ਹੈ। ਔਰ ਇਹਦੇ ਵਾਸਤੇ ਜਿਹੜਾ ਹੈਗਾ ਹੁਣ ਉਹੀ ਸ਼ਬਦ ਜਿਹੜੇ ਹੈਗੇ ਆ ਕਿਸ ਤਰੀਕੇ ਨਾਲ ਗਿਆਨ ਦੇਣਾ, ਉਹਦੇ ਵਾਸਤੇ ਜਿਹੜਾ ਹੈਗਾ ਮਹਾਰਾਜ ਨੇ ਜਿਹੜਾ ਹੈਗਾ ਔਂਕੜ ਅਤੇ ਸਿਹਾਰੀ ਲਾ ਕੇ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਹੈਗਾ ਉਹਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸੁਖ ਜਿਹੜਾ ਹੈਗਾ ਇਹ ਜਿਹਨੂੰ ਸੁਖ ਜਿਹੜਾ ਮਾਲਕ ਪਰਮਾਤਮਾ ਜਿਹਨੂੰ ਸੁਖ ਕਹਿੰਦਾ, ਜਿਹਨੂੰ ਬਾਣੀ ਸੁਖ ਕਹਿੰਦੀ ਹੈ, ਉਸ ਸੁਖ ਦੀ ਗੱਲ ਕਰ ਰਹੇ ਭਾਈ। ਉਹ ਸੁਖ ਮਿਲਣਾ ਹੈ ਆਪਾਂ ਨੂੰ ਜਦ ਆਪਾਂ ਜਿਹੜੇ ਹੈਗੇ ਆ ਇਹ ਪ੍ਰਕਿਰਤੀ ਜਿਹੜੀ ਹੈਗੀ ਆ ਇਹਦੀ ਪਕੜ ਤੋਂ ਜਿਹੜੇ ਹੈਗੇ ਆਜ਼ਾਦ ਹੋਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਸੁਖ ਹੋਣਾ ਸ਼ੁਰੂ ਹੋ ਜਾਏਗਾ। ਇਹ ਜੋ ਵੀ ਮਾਲਕ ਪਰਮਾਤਮਾ ਨੇ ਮਾਇਆ ਮੋਹ ਬਣਾਇਆ ਆ, ਇਹ ਹੈਗਾ ਜਦ ਤੱਕ ਤੇ ਤਦ ਤੱਕ ਸੁਖ ਨਹੀਂ ਆਏਗਾ। ਉਸ ਸੁਖ ਦੇ ਬਾਰੇ ਗੱਲ ਕਰ ਰਹੇ ਆ। ਪਾਇਓ ਬਾਲ ਬੁੱਧ ਸੁਖ ਰੇ। ਕਹਿੰਦੇ ਸੁਖ ਮਿਲਿਆ ਮੈਨੂੰ, ਕਿਵੇਂ ਮਿਲਿਆ? ਕਹਿੰਦੇ ਮੈਂ ਜਿਹੜਾ ਹੈਗਾ ਆਪਣੀਆਂ ਚੁਸਤੀਆਂ ਚਲਾਕੀਆਂ ਮਨ ਦੀਆਂ ਇਹ ਜਿਹੜਾ ਹੈਗਾ ਇਹਨੂੰ ਮੈਂ ਛੱਡਤਾ। ਇਹ ਆਪਣਾ ਜਿਹੜਾ ਹੈਗਾ ਆਪਣੀ ਜਿਹੜੇ ਹੈਗੇ ਵਿਚਾਰ ਜਿਹੜੇ ਹੈਗੇ ਆਪਣੇ ਲਹਿਰਾਂ ਜਿਹੜੀਆਂ ਇਹਨਾਂ ਨੂੰ ਛੱਡ ਦਿੱਤਾ। ਈਰਖਾ ਦ્વੈਤ ਇਹ ਸਾਰੇ ਛੱਡ ਦਿੱਤੇ। ਜਿਵੇਂ ਬੱਚਾ ਹੁੰਦਾ ਹੈ, ਬੱਚਾ ਜਿਹੜਾ ਜਿੰਨਾ ਭੋਲਾ ਹੁੰਦਾ ਹੈ, ਕਹਿੰਦੇ ਇਸ ਤਰੀਕੇ ਭੋਲੇਪਨ ਦੇ ਨਾਲ ਪਰਮਾਤਮਾ ਮਿਲਿਆ। ਜਦ ਮੈਂ ਵਾਪਸ ਉਸ ਭੋਲੇਪਨ 'ਤੇ ਆਇਆ, ਬਚਪਨ ਦੇ ਵਿੱਚ ਆ ਗਿਆ, ਮੇਰਾ ਸੁਭਾਅ ਵਾਪਸ ਮੈਂ ਉਸ ਬਚਪਨ ਵਰਗਾ ਕਰ ਦਿੱਤਾ। ਨਾ ਕਿਸੇ ਨਾਲ ਦੋਸਤੀ ਅਤੇ ਨਾ ਕਿਸੇ ਨਾਲ ਬੈਰ। ਸਮਸਰ ਇੱਕ ਬਰਾਬਰ, ਦੁੱਖ ਆ ਜਾਏ ਸੁੱਖ ਆ ਜਾਏ ਕੁਛ ਵੀ ਹੋ ਜਾਏ ਇੱਕ। ਤਦ ਜਿਹੜਾ ਹੈਗਾ ਕਹਿੰਦੇ ਸੁੱਖ ਮਿਲਿਆ ਮੈਨੂੰ। ਇਹ ਟਾਰਗੇਟ ਹੈ, ਅਚੀਵ ਕਰਨਾ ਇਹ ਟਾਰਗੇਟ। ਪਾਇਓ ਬਾਲ ਬੁੱਧ ਸੁਖ ਰੇ। ਹਰਖ ਸੋਗ, ਹਰਖ ਕਹਿੰਦੇ ਖੁਸ਼ੀ, ਸੋਗ ਕਹਿੰਦੇ ਆ ਗਮੀ। ਹਰਖ ਸੋਗ ਹਾਨ, ਕਿਤੇ ਹਾਨੀ ਹੋ ਗਈ ਆਪਣੀ, ਨੁਕਸਾਨ ਹੋ ਗਿਆ ਕਿਤੇ, ਇਹ ਦੁਨਿਆਵੀ ਨੁਕਸਾਨ ਦੀ ਗੱਲ ਕਰ ਰਿਹਾ। ਮਿਰਤ ਮੌਤ, ਇਹ ਮਿਰਤ ਵਰਡ ਜੀ ਤੱਤੇ ਨੂੰ ਔਂਕੜ ਲੱਗੀ ਹੋਈ ਆ। ਕੁਐਸਚਨ ਇੱਥੇ ਰਾਈਜ਼ ਹੋ ਸਕਦਾ ਵੀ ਤੱਤੇ ਨੂੰ ਔਂਕੜ ਲੱਗੀ ਹੈ। ਮਿਰਤ ਜਿਹੜਾ ਹੈਗਾ ਇਹ ਅੱਖਰ ਜਿਹੜਾ ਹੈਗਾ ਮੌਤ ਦੇ ਵਾਸਤੇ ਜਿਹੜਾ ਯੂਜ਼ ਕੀਤਾ ਹੈ ਮਹਾਰਾਜ ਨੇ, ਅਤੇ ਤੱਤੇ ਨੂੰ ਔਂਕੜ ਲੱਗਦੀ ਆ। ਇੱਕ ਮਿਰਤ ਜਿਹੜਾ ਹੈ ਗੁਰਬਾਣੀ ਦੇ ਵਿੱਚ ਜਿਹੜਾ ਹੈਗਾ ਤੱਤੇ ਨੂੰ ਬਗੈਰ ਔਂਕੜ ਦੇ ਵੀ ਯੂਜ਼ ਕਰਦੇ ਆ। ਉਹ ਕਹਿੰਦੇ ਆ ਮਿਰਤ ਲੋਕ, ਉਹ ਧਰਤੀ ਦੇ ਵਾਸਤੇ ਯੂਜ਼ ਕੀਤਾ ਹੈ, ਜਿੱਥੇ ਲੋਕੀ ਰਹਿੰਦੇ ਆ ਮਿਰਤ ਲੋਕ, ਉਹਦੇ ਵਾਸਤੇ ਯੂਜ਼ ਕੀਤਾ ਹੈ। ਔਰ ਦੁੱਖ ਸੁੱਖ ਹੈ ਇਹ ਜਿਹੜੇ ਹੈਗੇ ਦੁਨੀਆ ਦੇ ਵਿੱਚ ਦੁੱਖ ਸੁੱਖ ਹੈਗੇ ਆ, ਇਹ ਦੁਨੀਆ ਦੇ ਦੁੱਖਾਂ ਸੁੱਖਾਂ ਦੀ ਗੱਲ ਕਰ ਰਹੇ ਮਹਾਰਾਜ, ਜਿਹੜੇ ਕਿ ਮਾਇਆ ਦੇ ਵਿੱਚ ਜਿਹੜੇ ਹੈਗੇ ਮਾਇਆ ਦੇ ਸੁਆਦਾਂ ਦੇ ਵਿੱਚ ਦੁੱਖ ਸੁੱਖ ਹੈਗੇ, ਅਤੇ ਦੁੱਖ ਉਹਨਾਂ ਦਾ ਰਿਜ਼ਲਟ ਦੁੱਖ ਹੈਗਾ। ਹਰਖ ਸੋਗ ਹਾਨ ਮਿਰਤ ਦੁੱਖ ਸੁੱਖ ਚਿੱਤ ਸਮਸਰ ਗੁਰ ਮਿਲੇ। ਕਹਿੰਦੇ ਚਿੱਤ ਸਮਸਰ ਹੋ ਗਿਆ, ਚਿੱਤ ਸਮਸਰ ਹੋ ਗਿਆ। ਕਹਿੰਦੇ ਖੁਸ਼ੀ ਆ ਗਈ ਤਾਂ ਵੀ ਕੋਈ ਫਰਕ ਨਹੀਂ ਪੈਂਦਾ,
ਕੋਈ ਸੋਗ ਆ ਗਿਆ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਕੋਈ ਮ੍ਰਿਤੂ ਹੋ ਗਈ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਹਾਨੀ ਹੋ ਗਈ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਦੁੱਖ ਸੁੱਖ, ਕੋਈ ਦੁੱਖ ਆ ਗਿਆ, ਸੁੱਖ ਆ ਗਿਆ, ਚਿੱਤ ਸੰਸਰ, ਚਿੱਤ ਇੱਕ ਜਿਹਾ ਹੈਗਾ, ਚਿੱਤ ਸੰਸਰ ਹੈਗਾ, ਫਿਰ ਭਗਤੀ ਵੱਲ ਲੱਗ ਜਾਂਦਾ ਇਨਸਾਨ। ਕਿਵੇਂ ਹੋ ਗਿਆ ਸਾਰਾ ਕੁਛ? ਪਾਇਓ ਬਾਲ ਬੁੱਧ ਕਿਵੇਂ ਆ ਗਈ? ਕਿਵੇਂ ਜਿਹੜਾ ਹੈਗਾ ਸੁੱਖ ਮਿਲ ਗਿਆ? ਗੁਰ ਮਿਲੇ ਆਇਆ ਪਾਏ, ਗੁਰੂ ਮਿਲ ਗਏ ਮੈਨੂੰ ਪਾਏ, ਮੈਨੂੰ ਬ੍ਰਹਮ ਗਿਆਨ ਮਿਲ ਗਿਆ। ਹੁਣ ਇਹ ਗੁਰ ਮਿਲੇ, ਇਹ ਵੀ ਆਪਾਂ ਖੋਲਾਂਗੇ ਵੀ ਗੁਰੂ ਕਿਵੇਂ ਮਿਲਦਾ ਹੈ। ਰਹਾਓ ਜੌਲੋ ਹੋਂ ਕਿਛ ਸੋਚੋ ਚਿਤਵੋਂ ਤੌਲੋ ਦੁਖਨ ਭਰੇ। ਕਹਿੰਦੇ ਜਦ ਮੈਂ ਫਿਰ ਆਪਣਾ ਜਿਹੜਾ ਹੈਗਾ ਮਨ ਔਰ ਜਿਹੜਾ ਹੈਗਾ ਤਨ ਔਰ ਜਿਹੜਾ ਹੈਗਾ ਬੁੱਧੀ ਜਿਹੜੀ ਹੈਗੀ ਆ, ਜਦ ਇਹਨਾਂ ਨੂੰ ਮੈਂ ਫਿਰ ਜਿਹੜਾ ਇਹਨਾਂ ਦੇ ਨਾਲ ਫਿਰ ਮੈਂ ਵਿਚਾਰਾਂ ਦੇ ਵਿੱਚ ਜਾਂਦਾ ਹੈ, ਸੋਚਦਾ ਹੈ, ਚਿੱਤ ਦੇ ਵਿੱਚ ਕੋਈ ਚਿਤਵਨੀ ਆਉਂਦੀ ਹੈ, ਮੇਰੇ ਚਿੱਤ ਨੂੰ ਮੈਂ ਜਿਹੜਾ ਹੈਗਾ ਮਾਲਕ ਵੱਲ ਨਹੀਂ ਚਲਾਉਂਦਾ, ਮਾਇਆ ਵੱਲ ਚਲਾਉਣਾ ਹੈ, ਸੋਚਣ ਦੇ ਵਿੱਚ ਚਲਾਉਣਾ ਹੈ, ਵਿਚਾਰਾਂ ਦੇ ਵਿੱਚ ਲੈ ਕੇ ਜਾਣਾ ਹੈ। ਤੌਲੋ ਦੁਖਨ ਭਰੇ, ਕਹਿੰਦੇ ਦੁੱਖਾਂ ਦਾ ਭਰਿਆ ਰਹਿੰਦਾ ਹੈ, ਦੁੱਖਾਂ ਨਾਲ ਭਰ ਜਾਣਾ ਹੈ ਮੈਂ। ਜੌਲੋ ਹੋਂ ਕਿਛ ਸੋਚੋ ਚਿਤਵੋਂ ਤੌਲੋ ਦੁਖਨ ਭਰੇ। ਜੋ ਕਿਰਪਾਲ ਗੁਰਪੂਰਾ ਭੇਟਿਆ ਤਉ ਆਨੰਦ ਸਹਿਜ। ਦੇਖ ਲਓ ਭਾਈ, ਕਿਰਪਾਲ ਹੈ, ਗੁਰੂ ਪੂਰਾ ਹੈਗਾ, ਭੇਟ ਗਿਆ ਗੁਰੂ ਪੂਰਾ, ਤਉ ਆਨੰਦ ਸਹਿਜ, ਤਾਂ ਕਹਿੰਦੇ ਆਨੰਦ ਆ ਗਿਆ, ਸਹਿਜ ਅਵਸਥਾ ਆ ਗਈ, ਦੁੱਖ ਆਏ ਸੁੱਖ ਆਏ ਇੱਕ ਬਰੋਬਰ। ਜੇਤੀ ਸਿਆਣਪ ਕਰਮ ਹੋ ਕੀਏ ਤੇ ਬੰਦ ਪਰੇ। ਕਹਿੰਦੇ ਜਿੰਨੀ ਵੀ ਸਿਆਣਪ ਮੈਂ ਕਰਦਾ ਆ, ਜਿੰਨੀ ਵੀ ਸਿਆਣਪ, ਦੇਖ ਲਓ ਹੁਣ ਆਪਾਂ ਆਪਣੀ ਸਿਆਣਪ ਦੀ ਗੱਲ ਕਰ ਰਹੇ ਮਹਾਰਾਜ, ਜਿੰਨੀ ਮਰਜ਼ੀ ਸਿਆਣਪ ਔਰ ਕਰਮ ਕਰ ਰਹੇ ਹਾਂ ਆਪਾਂ ਦੁਨੀਆ ਦੇ ਵਿੱਚ, ਸਿਆਣਪ ਦੇ ਨਾਲ ਕਰਮ ਕਰ ਰਹੇ ਹਾਂ ਆਪਾਂ, ਕਰਮ ਕਾਂਡ ਇੱਕ ਮਹਾਰਾਜ ਜਿਹੜੀ ਹੈ ਗੁਰੂ ਕਹਿ ਰਿਹਾ, ਜਿਹੜਾ ਕਰਮ ਉਹਨੂੰ ਛੱਡ ਕੇ ਬਾਕੀ ਸਾਰਾ ਕੁਛ ਕਰ ਰਹੇ। ਔਰ ਇਸ ਰਸਤੇ 'ਤੇ ਵੀ ਜਿਹੜੇ ਹੈਗੇ ਆਪਾਂ ਆਪਣੀ ਸਿਆਣਪ ਦੇ ਨਾਲ ਚੱਲਦੇ ਹਾਂ, ਜੋ ਆਪਣਾ ਫਿਲਟਰ ਕਹਿੰਦਾ ਹੈ, ਜੋ ਆਪਣਾ ਜਿਹੜਾ ਹੈਗਾ ਮਨ ਜਿਹੜਾ ਹੈਗਾ, ਜੋ ਚੀਜ਼ ਆਪਣੇ ਮਨ 'ਚ ਜੋ ਆਪਣੀ ਫੀਲਡ ਬਣੀ ਹੋਈ ਹੈ, ਜੋ ਸੰਸਕਾਰ ਬਣੇ ਹੋਏ ਆ ਬਈ ਆਹੀ ਭਗਤੀ ਹੈਗੀ, ਐਸੇ ਤਰੀਕੇ ਨਾਲ ਭਗਤੀ ਹੋਣੀ ਹੈ, ਉਹ ਨਹੀਂ ਛੱਡਦੇ। ਦੇਖੋ ਕਿਸੇ ਨੂੰ ਕਹਿ ਕੇ ਦੇਖੋ ਵੀ ਜਿਹੜਾ ਹੈਗਾ ਬਜ਼ੁਰਗ ਹੈਗੇ ਆ, ਬਜ਼ੁਰਗਾਂ ਨੂੰ ਜਿਹੜਾ ਹੈਗਾ ਕਿਸੇ ਨੂੰ ਆਪਾਂ ਕਹੀਏ ਬਈ ਜਿਹੜਾ ਹੈਗਾ ਆ ਧਿਆਨ ਸਿਮਰਨ ਕਰਨਾ ਹੈ, ਆਪਣੇ ਵਿਚਾਰ ਬੰਦ ਕਰਨੇ ਹੈ, ਆਹ ਭਗਤੀ ਹੈਗੀ, ਨਹੀਂ ਪਾਈ, ਉਹ ਨਹੀਂ ਮੰਨਦੇ। ਕਹਿੰਦੇ ਉਸ ਤਰ੍ਹਾਂ ਹੀ ਅਸੀਂ ਤਾਂ, ਸਾਡਾ ਤਾਂ ਆਹੀ ਹੈ ਬਈ, ਸਵੇਰੇ ਉੱਠਣਾ, ਨਹਾਉਣਾ ਧੋਣਾ ਹੈ, ਨਿਤਨੇਮ ਕਰਨਾ ਹੈ, ਗੁਰਦੁਆਰੇ ਜਾਣਾ ਹੈ, ਬਸ ਆਹ ਭਗਤੀ ਤਾਂ ਆਹ ਹੈਗੀ ਆ, ਕੀਰਤਨ ਸੁਣਨਾ ਹੈ, ਬਸ ਆਹ ਭਗਤੀ ਹੈਗੀ। ਔਰ ਹਾਲਾਂਕਿ ਜਿਹੜਾ ਹੈਗਾ ਹਾਂਜੀ ਅਮਰਜੀਤ ਜੀ, ਆਪਣਾ ਤੁਸੀਂ ਨਾ ਮੋਬਾਈਲ ਬੰਦ ਕਰ ਦਿਓ, ਅਮਰਜੀਤ ਢਿੱਲੋਂ ਪਲੀਜ਼ ਆਪਣਾ ਜਿਹੜਾ ਹੈਗਾ ਉਹ ਸਕਰੀਨ ਬੰਦ ਕਰੋ, ਤੁਹਾਡਾ ਸਕਰੀਨ ਮੂਵ ਕਰ ਰਿਹਾ ਹੈ, ਕੈਮਰਾ ਬੰਦ ਕਰ ਦਿਓ ਤੁਹਾਡਾ। ਕਿਉਂਕਿ ਮੈਨੂੰ ਫਿਰ ਐਕਸੈਪਟ ਕਰਨਾ ਪੈਂਦਾ, ਜਾਂ ਮੈਂ ਹੀ ਹਟ ਜਾਂਦਾ ਇੱਥੋਂ। ਜੇਤੀ ਸਿਆਣਪ ਕਰਮ ਹੋ ਕੀਏ ਤੇ ਬੰਦ ਪਰੇ। ਜੋ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪਏ। ਕਹਿੰਦੇ ਜਦ ਜਿੰਨੀ ਵੀ ਸਿਆਣਪ ਕੀਤੀ, ਕਹਿੰਦੇ ਬਸ ਇਹ ਤਾਂ ਹਉਮੈ ਵੱਧਦੀ ਗਈ, ਔਰ ਉਹਨੇ ਹੀ ਬੰਧਨ ਮੇਰੇ ਗਲੇ 'ਚ ਬੰਧਨ ਪੈ ਗਏ। ਮਾਇਆ ਦੀ ਇਹ ਸਾਰੇ ਜਿੰਨੀ ਸਿਆਣਪ ਆ, ਜਿੰਨੀ ਚਤੁਰਾਈ ਆ ਆਪਣੀ ਮਨ ਦੀ, ਜਿੰਨੇ ਵਿਚਾਰ ਹੈਗੇ, ਇਹ ਆਪਾਂ ਨੂੰ ਬੰਧਨ ਹੈਗੇ ਪਾਏ, ਇਹੀ ਸੰਗਲ ਹੈਗੇ ਮਾਇਆ ਦੇ। ਜੇਤੀ ਸਿਆਣਪ ਕਰਮ ਹੋ ਕੀਏ, ਇਹ ਕਰਮ ਜਿਹੜੇ ਕਰਮ ਕਰਦੇ ਹਾਂ ਆਪਾਂ, ਇਸੇ ਨੂੰ ਭਗਤੀ ਸਮਝਦੇ ਹਾਂ। ਬਸ ਕਹਿੰਦੇ ਜਿਹੜੇ ਹੈਗੇ ਇਹ ਬੰਧਨ ਆ ਭਾਈ। ਜੇ ਇਹ ਤਾਂ ਆਪਾਂ ਜਿਹੜੇ ਹੈਗੇ ਆ ਭਗਤੀ ਲੱਭ ਰਹੇ ਹਾਂ, ਆਪਾਂ ਗਿਆਨ ਲੈ ਰਹੇ ਹਾਂ ਭਾਈ। ਭਗਤੀ ਕਹਿੰਦੇ ਕਿਹਨੂੰ ਆ, ਮੈਂ ਕਰਨਾ ਕੀ ਹੈਗਾ, ਕਿਵੇਂ ਕਰਨਾ ਹੈਗਾ, ਇਹ ਤਾਂ ਜਿਹੜਾ ਹੈਗਾ ਗਿਆਨ ਮਿਲ ਰਿਹਾ ਆਪਾਂ ਨੂੰ। ਆਪਾਂ ਤਾਂ ਸਿਰਫ ਖਾਲੀ GPS ਦੇਖ ਰਹੇ, ਨਕਸ਼ਾ ਦੇਖ ਰਹੇ ਹਾਂ ਬਸ, ਪਰ ਕਾਰਵਾਈ ਚੱਲਣਾ ਤਾਂ ਹੈ ਨਾ। ਔਰ ਕਿਵੇਂ ਚੱਲਣਾ ਹੈ, ਕਾਹਦੇ ਨਾਲ ਚੱਲਣਾ ਹੈ, ਕਿਹੜੀ ਗੱਡੀ ਤੇ ਚੜ੍ਹ ਕੇ ਜਾਣਾ ਹੈ।
जेती सियाणप कर्म हो किए तेते बंद परे, जो साधु कर मस्तक तर्यो तब हम मुक्त भये। फिर गुरु आ गए, फिर गुरु आ गए, पूरा गुरु फिर आ गए। जो साधु कर मस्तक तर्यो, हੱਥ ਰੱਖਿਆ ਮੇਰੇ ਮੱਥੇ ਦੇ ਉੱਤੇ। ਗੁਰੂ ਦਾ ਹੱਥ ਕੀ ਹੁੰਦਾ ਹੈ? ਗੁਰੂ ਦਾ ਹੱਥ ਗਿਆਨ ਹੈਗਾ। ਗੁਰੂ ਨੇ ਗਿਆਨ ਦਿੱਤਾ, ਮੱਥੇ ਤੇ ਕਹਿ ਰਹੇ ਆ, ਮੱਥੇ 'ਚ ਗਿਆਨ ਆਉਣਾ ਆਪਣੇ। ਜੋ ਸਾਧੂ ਕਰ ਮਸਤਕ ਤਰਿਓ ਤਬ ਹਮ ਮੁਕਤ ਭਏ, ਤਾਂ ਕਹਿੰਦੇ ਮੁਕਤ ਹੋ ਗਏ। ਇਹ ਜਿਹੜਾ ਹੈਗਾ ਦੇਖ ਲਓ, ਜੋ ਕਿਰਪਾਲ ਗੁਰਪੂਰਾ ਭੇਟਿਆ, ਬਾਰ ਮਹਾਰਾਜ ਇਹੀ ਗੱਲ ਕਹਿ ਰਹੇ। ਜੋ ਸਾਧੂ ਕਰ ਮਸਤਕ ਤਰਿਓ ਤਬ ਹਮ ਮੁਕਤ ਭਏ। ਜੌਲੋ ਮੇਰੋ ਕਰਤੋ ਤੌਲੋ ਬਿਖ ਘੇਰੇ। ਕਹਿੰਦੇ ਜਦ ਮੈਂ ਮੇਰਾ ਕਰੀ ਜਾ ਰਿਹਾ, ਆ ਮੇਰਾ ਸਰੀਰ ਹੈਗਾ, ਮੈਂ ਆ ਮੇਰਾ ਸਰੀਰ ਆ ਮੇਰਾ ਘਰ ਹੈਗਾ, ਮੇਰੀ ਘਰ ਵਾਲੀ ਆ, ਮੇਰੇ ਬੱਚੇ ਆ, ਮੇਰਾ ਸਾਰਾ ਮੇਰਾ ਕਰ ਰਿਹਾ, ਮੇਰੀ ਬੁੱਧੀ। ਜੌਲੋ ਮੇਰੋ ਕਰਤੋ ਤੌਲੋ ਬਿਖ ਘੇਰੇ। ਕਹਿੰਦੇ ਬਸ ਜ਼ਹਿਰ ਨੇ ਘੇਰਿਆ ਹੋਇਆ, ਪੂਰਾ ਜ਼ਹਿਰ ਨੇ ਆਪਣਾ ਪੂਰਾ ਪ੍ਰਭਾਵ ਪਾਇਆ ਹੋਇਆ। ਹੁਣ ਐਸਾ ਜ਼ਹਿਰ ਵੀ ਜਿਹੜੀ ਹੈਗੀ ਪੂਰਾ ਬੰਦੇ ਨੂੰ ਜਿਹੜੀ ਹੈਗੀ ਆ ਉਹ ਕਰ ਦਿੰਦੀ ਹੈ, ਬੇਹੋਸ਼ ਕਰ ਦਿੰਦੀ। ਜੌਲੋ ਮੇਰੋ ਕਰਤੋ ਤੌਲੋ ਬਿਖ ਘੇਰੇ। मन तन बुद्ध अर्पी ठाकुर को तब हम सहज सोए। देख लो पाए, मन और तन और बुद्धि अर्पी ठाकुर को, तो हम सहज सोए। जाते मेरा मन, मेरा शरीर, मेरा तन, ज्ञान इंद्रियां, कर्म इंद्रियां, बुद्धि सारी कहती अर्प दिती मालक दी जिहदी हैगी आ। मन तन बुद्ध अर्पी ठाकुर को तब हम सहज सोए। ठाकुर ਨੂੰ ਦੇਤੀ, ਜੋ ठाकुर ਕਰ ਰਿਹਾ ਹੈ ਬਸ ਠੀਕ ਹੈ, ਜੋ ਹੋ ਰਿਹਾ ਹੈ ਠੀਕ ਹੈ, ਜੋ ਮੇਰੇ ਵਾਸਤੇ ਹੈਗਾ ਮੈਂ ਉਹ ਬਸ ਉਹ ਐਕਸ਼ਨ ਜਿਹੜੀ ਹੈ ਉਹ ਕਰਨਾ ਹੈ, ਹੋ ਗਿਆ ਠੀਕ ਹੈ, ਨਹੀਂ ਹੋ ਗਿਆ ਠੀਕ ਹੈ। ਸਫਲਤਾ ਆ ਗਈ ਤਾਂ ਵੀ ਠੀਕ ਹੈ, ਨਹੀਂ ਹੋਈ ਤਾਂ ਵੀ ਠੀਕ ਹੈ। ਕੋਈ ਵਿਚਾਰ ਨਹੀਂ, ਕੋਈ ਕੁਛ ਨਹੀਂ, ਬਸ ਪ੍ਰੈਕਟੀਕਲ ਔਰ ਪ੍ਰੈਜ਼ੈਂਟ ਦੇ ਵਿੱਚ। ਔਰ ਆਪਣੇ ਤਨ ਦੀ, ਜਦ ਮਨ ਔਰ ਤਨ ਦੀ ਪਕੜ ਛੱਡ ਦਿੱਤੀ ਤੇ ਫਿਰ ਤਾਂ ਆਪਣੇ ਅੰਦਰ ਜਿਹੜਾ ਹੈਗਾ ਆਪਾਂ ਤਾਂ ਆਪਣੀ ਹਉਮੈ ਤਾਂ ਰਹੀ ਨਹੀਂ ਨਾ। ਫਿਰ ਮਨ ਤਨ ਬੁੱਧੀ ਤੇ ਇਹੀ ਤਾਂ ਹਉਮੈ ਹੈਗੀ ਆ। ਮਨ ਤਨ ਬੁੱਧ ਔਰ ਸਾਰਿਆਂ ਨੂੰ ਔਂਕੜ ਲੱਗੀ ਹੋਈ ਆ। ਮਨ ਔਰ ਤਨ ਜਿਹੜਾ ਕੱਟ ਕੇ ਨਹੀਂ ਦੇ ਦੇਣਾ। ਤਨ ਗਿਆਨ ਇੰਦਰੀਆਂ, ਕਰਮ ਇੰਦਰੀਆਂ ਹੈਗੀਆਂ। ਮਨ ਜਿਹੜਾ ਹੈਗਾ ਕਿਸ ਤਰ੍ਹਾਂ ਦੇਣਾ ਹੈ, ਬੁੱਧੀ ਕਿਸ ਤਰ੍ਹਾਂ ਅਰਪਣ ਕਰਨੀ ਹੈ। ਮਨ ਤਨ ਬੁੱਧ ਅਰਪੀ ਠਾਕੁਰ ਪਹਿਲਾਂ ਕਹਿ ਰਹੇ, ਜੋ ਲੋ ਮੇਰੋ ਕਰ ਤੋ ਤੌ ਲੋ ਬਿਖ ਘੇਰੇ। ਉੱਪਰਲੀ ਲਾਈਨ ਕਹਿ ਰਹੀ ਹੈ, ਜੋ ਲੋ ਮੇਰੋ ਕਰ ਤੋ ਤੌ ਲੋ ਬਿਖ ਘੇਰੇ। ਮਨ ਤਨ ਬੁੱਧ ਅਰਪੀ ਠਾकुर को तब हम सहज सोए। ਜਦ ਮਨ ਤਨ ਬੁੱਧੀ ਜਿਹੜੀ ਹੈਗੀ ਅਰਪ ਦਿੱਤੀ ਉਸ ਮਾਲਕ ਪਰਮਾਤਮਾ ਨੂੰ, ਤਬ ਹਮ ਸਹਿਜ ਸੋਏ। ਕਹਿੰਦੇ ਤਾਂ ਸਹਿਜ ਅਵਸਥਾ ਆ ਗਈ ਤੇ ਉਹ ਸੁੱਖ ਆ ਗਿਆ। ਸੋਏ ਦਾ ਮਤਲਬ ਵੀ ਸੌਂ ਗਿਆ ਨਹੀਂ, ਸੋਏ ਦਾ ਮਤਲਬ ਆ ਸੁਖੀ ਹੋ ਗਿਆ, ਸਹਿਜ ਅਵਸਥਾ ਚਲਾ ਗਿਆ। ਜੌਲੋ ਪੋਟ ਉਠਾਈ ਚਲਿਓ ਤੌਲੋ ਡਾਨ ਭਰੇ। ਕਹਿੰਦੇ ਜਦ ਤੱਕ ਜੌਲੋ ਪੋਟ ਉਠਾਈ, ਇਹ ਮਾਇਆ ਮੋਹ ਦੀ ਪੋਟ ਕੀ ਹੈਗਾ, ਕੀ ਆਪਾਂ ਚੁੱਕੀ ਫਿਰਦੇ ਹਾਂ? ਮਾਇਆ ਦਾ ਮੋਹ, ਜੋ ਦਿਸ ਰਿਹਾ ਹੈ ਉਹਦਾ ਮੋਹ। ਆਹੀ ਪੋਟਲੀ ਹੈ, ਦੇਖ ਲਓ 24 ਘੰਟੇ ਇਸੇ ਪਾਸੇ ਦਿਮਾਗ ਹੈ, 24/7। ਕੋਈ ਰਾਤ ਦਿਨ ਕੋਈ ਸੁੱਤੇ ਪਏ ਜਿਹੜਾ ਹੈਗਾ ਉਹ ਉਸੇ ਦੇ ਸੁਪਨੇ ਆ ਰਹੇ ਆ। ਅੱਖਾਂ ਖੁੱਲ੍ਹਦੀ ਫਿਰ ਵਾਪਸ ਉੱਥੇ ਹੀ। ਆਹ ਪੋਟਲੀ ਉਠਾਈ ਹੋਈ ਹੈ, ਸਿਰ ਦੇ ਉੱਤੇ ਭਾਰ ਚੁੱਕਿਆ ਹੋਇਆ ਹੈ। ਇਹਦਾ ਹੀ ਭਾਰ ਹੈਗਾ, ਇਹੀ ਕਰਮ ਹੈਗੇ, ਇਹੀ ਲੇਖਾ ਜੋਖਾ ਹੈਗਾ। ਜੌਲੋ ਪੋਟ ਉਠਾਈ ਚੱਲਿਓ ਤੌਲੋ ਡਾਨ ਭਰੇ। ਕਹਿੰਦੇ ਫਿਰ ਭਾਈ ਉਹਨੇ ਧਰਮਰਾਜ ਨੇ ਲੈਣਾ ਹੀ ਲੈਣਾ ਹੈਗਾ। ਭਾਈ ਤੈਨੂੰ ਜਿਹੜਾ ਹੈਗਾ ਸਜ਼ਾ ਮਿਲਣੀ ਹੈ। ਡਾਨ ਕਹਿੰਦੇ ਸਜ਼ਾ। ਜੌਲੋ ਪੋਟ ਉਠਾਈ ਚੱਲਿਓ ਤੌਲੋ ਡਾਨ ਭਰੇ। ਪੋਟ ਡਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਭੈ। ਕਹਿੰਦੇ ਪੋਟਲੀ ਸੁੱਟ ਦਿੱਤੀ, ਇਹ ਮਾਇਆ ਦਾ ਮੋਹ ਛੱਡ ਦਿੱਤਾ। ਕਿਵੇਂ? ਗੁਰਪੂਰਾ ਮਿਲਿਆ। ਤਉ ਨਾਨਕ ਨਿਰਭੈ। ਇੱਕ ਵੀ ਬੰਦ ਦੇ ਵਿੱਚ ਪੂਰੇ ਗੁਰੂ ਦੀ ਗੱਲ ਦੇਖ ਲਓ, ਬਾਰ ਬਾਰ ਪੂਰੇ ਗੁਰੂ ਦੀ ਗੱਲ ਹੋ ਰਹੀ ਹੈ।
ਔਰ ਜੋ ਗੁਰੂ ਕਹਿ ਰਿਹਾ ਆ, ਗੁਰੂ ਕਹਿ ਰਿਹਾ ਮਨ ਤਨ ਬੁੱਧ ਅਰਪਣ ਕਰਦੇ ਮਾਲਕ ਪਰਮਾਤਮਾ ਨੂੰ। ਔਰ ਇਹ ਜਿਹੜਾ ਹੈਗਾ ਗੁਰੂ ਪੂਰਾ ਮਿਲਦਾ ਹੈ, ਇਹਦੀ ਕੀ ਨਿਸ਼ਾਨੀ ਹੈ ਭਾਈ? ਗੁਰੂ ਕਹਿੰਦੇ ਕਿਹਨੂੰ ਹੈ? ਗੁਰੂ ਕਹਿੰਦੇ ਟੀਚਰ ਨੂੰ। ਗੁਰੂ ਕਹਿੰਦੇ ਜਿਹੜਾ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਜਾਏ, ਜਿਹੜਾ ਗਿਆਨ ਦੇ ਆਪਾਂ ਨੂੰ। ਹੁਣ ਇਹ ਜਿਹੜਾ ਹੈਗਾ ਉਹਦੇ ਵਾਸਤੇ ਭਾਈ ਦੇਖੋ ਗੁਰੂ ਮਿਲਿਆ ਆ, ਇਹ ਕਿਸ ਤਰ੍ਹਾਂ ਮਿਲਦਾ ਹੈ? ਗੁਰੂ ਕੀ ਨਿਸ਼ਾਨੀ ਹੈਗੀ? ਬਾਣੀ ਕਿਵੇਂ ਕਹਿੰਦੀ ਹੈ ਵੀ ਇਹਨੂੰ ਗੁਰੂ ਪੂਰਾ ਮਿਲਿਆ ਹੋਇਆ ਹੈ? ਇਹਦੇ ਵਾਸਤੇ 305 ਤੇ 306 ਅੰਗ ਦੇ ਉੱਤੇ ਅਸੀਂ ਚੌਥੀ ਪਾਤਸ਼ਾਹੀ ਦਾ ਇੱਕ ਸ਼ਲੋਕ ਲਵਾਂਗੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠੇ ਹਰ ਨਾਮ ਧਿਆਵੈ। ਗੁਰ ਸਤਿਗੁਰ ਕਾ ਜੋ, ਗੱਗਾ ਸੱਸਾ ਕੱਕਾ ਜੱਜਾ। ਚੌਥੀ ਪਾਤਸ਼ਾਹੀ ਨੇ ਦੱਸਿਆ ਹੈ ਭਾਈ ਪੂਰਾ ਸਤਿਗੁਰੂ ਕਿਵੇਂ ਭੇਟਦਾ ਹੈ, ਗੁਰਸਿੱਖ ਦਾ ਰਿਸ਼ਤਾ ਕਿਵੇਂ ਬਣਦਾ ਹੈ। ਮਹੱਲਾ ਚੌਥਾ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਆਖਾਏ ਲਿਖਿਆ ਹੋਇਆ ਦੇਖ ਲਓ ਭਾਈ। ਜਿਹੜਾ ਕਹਿੰਦਾ ਹੈ ਮੈਂ ਵੀ ਆ ਗੁਰੂ ਮੈਂ ਜਿਹੜਾ ਸਿੱਖ ਹੈਗਾ, ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈਗਾ, ਜਿਹੜਾ ਕਹਿੰਦਾ ਹੈ ਭਾਈ ਆਪਣੇ ਆਪ ਨੂੰ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਪਲ ਕੇ ਉਠੇ ਹਰ ਨਾਮ ਧਿਆਵੈ। ਕੀ ਕਹਿ ਰਹੇ ਮਹਾਰਾਜ? ਪਲ ਕੇ ਉਠੇ ਹਰ ਨਾਮ ਧਿਆਵੈ। ਧਿਆਵੇ ਲਿਖਿਆ ਹੋਇਆ, ਇੱਥੇ ਨਹੀਂ ਲਿਖਿਆ ਕਿ ਜਪੇ, ਨਹੀਂ ਲਿਖਿਆ ਸਮਰਨ ਕਰੇ, ਧਿਆਵੇ ਲਿਖਿਆ ਧਿਆਨ ਲਗਾ ਦੇ। ਉੱਠਦੇ ਸਾਰ ਧਿਆਨ ਲਗਾ ਦੇ। ਨੀਂਦ ਖੁੱਲੀ ਹੈ, ਸਰਾਣੇ ਤੇ ਸਿਰ ਹੈਗਾ, ਬਸ ਉਹ ਮਾਲਕ ਦੇ ਨਾਲ ਧਿਆਨ ਲੱਗੇ। ਵਿਚਾਰਾਂ ਨੂੰ ਦੇਖ ਕੇ ਆਪਣੇ ਵਿਚਾਰ ਬਿਲਕੁਲ ਵਿਚਾਰ ਨਾ ਆਉਣ ਦੇ। ਉੱਠਦੇ ਸਾਰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠੇ ਹਰ ਨਾਮ ਧਿਆਵੇ। ਸਭ ਤੋਂ ਪ੍ਰਾਈਮ ਕੰਮ ਪਹਿਲੇ ਉੱਠਦੇ ਸਾਰ ਆ ਕਰਨਾ ਹੈ ਭਾਈ, ਨਹੀਂ ਤਾਂ ਮਾਇਆ ਨੇ ਉਸੇ ਵੇਲੇ ਘੇਰ ਲੈਣਾ ਹੈ। ਉਸੇ ਵੇਲੇ ਉਸ ਟਾਈਮ ਜਿਹੜੇ ਹੈਗੇ ਆਪਾਂ ਪੂਰਾ ਚਾਰਜ ਹੈ, ਬੈਟਰੀ ਪੂਰੀ ਦੀ ਪੂਰੀ, ਸਰੀਰ ਤਰੋ ਤਾਜ਼ਾ ਹੈਗਾ ਔਰ ਸੁੰਨ ਸਨਾਟਾ ਹੈਗਾ, ਕੋਈ ਸ਼ੋਰ ਨਹੀਂ ਹੈ, ਕੋਈ ਦੁਨਿਆਵੀ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਉਸ ਟਾਈਮ ਕਰਨ ਵਾਲਾ ਜਿਹੜਾ ਕੰਮ ਨਹੀਂ ਹੈਗਾ ਸਿਵਾਏ ਵਿਚਾਰਾਂ ਤੋਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠੇ ਹਰ ਨਾਮ ਧਿਆਵੈ। ਬਿਲਕੁਲ ਜਿਹੜਾ ਹੈਗਾ ਧਿਆਨ ਦੇ ਵਿੱਚ ਜਾਏ। ਸਭ ਤੋਂ ਪ੍ਰਾਈਮ ਕੰਮ ਹੈਗਾ ਧਿਆਨ ਕਰਨਾ, ਬਾਕੀ ਸਾਰੇ ਕੰਮ ਉਸ ਤੋਂ ਬਾਅਦ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠੇ ਹਰ ਨਾਮ ਧਿਆਵੈ। ਜੇ ਨਹੀਂ ਕੰਮ ਕੀਤਾ, ਬਾਕੀ ਆਪਾਂ ਜਿਹੜੇ ਹੈਗੇ ਲੱਗ ਗਏ ਸਾਰੇ ਜਿਹੜੇ ਹੈਗੇ ਆਪਣੇ ਨਿਤਨੇਮ ਜਿਹੜਾ ਹੈਗਾ ਜੋ ਆਪਾਂ ਨੇ ਬਣਾਇਆ, ਜੋ ਨਿਤਨੇਮ ਹੈਗਾ ਆਪਾਂ ਨੂੰ ਜਿਸ ਤਰ੍ਹਾਂ ਦਿੱਤਾ ਗਿਆ ਉਹਦੇ ਵਿੱਚ ਫਿਰ ਆਪਾਂ ਨੇ ਜਿਹੜਾ ਹੈਗਾ 1-2 ਘੰਟੇ ਆਪਣੇ ਉਹਦੇ ਵਿੱਚ ਚਲੇ ਜਾਣੇ ਆ ਔਰ ਆਪਾਂ ਨੂੰ ਧਿਆਨ ਸਿਮਰਨ ਵਾਸਤੇ ਆਪਾਂ ਨੂੰ ਮਿਲਣਾ ਹੀ ਨਹੀਂ ਹੈ। ਉਹ ਪੂਰਾ ਆਪਾਂ ਨੇ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਹੋ ਜਾਣਾ। ਉਹ ਉੱਥੇ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਆ ਬੈਟਰੀ ਜਿਹੜੀ ਹੈਗੀ ਡਾਊਨ ਹੋ ਜਾਣੀ ਹੈ। ਉਹਦੇ ਵਿੱਚ ਹੀ ਜਿਹੜਾ ਹੈਗਾ ਆਹ ਕੰਮ ਤਾਂ ਕਰਨ ਨੂੰ ਮਿਲਣਾ ਹੀ ਨਹੀਂ। ਜੋ ਮਹਾਰਾਜ ਕਹਿ ਰਹੇ ਅਖਾਉਣ ਦੀ ਗੱਲ ਕਰ ਰਹੇ ਆ ਮਹਾਰਾਜ, ਆਹ ਤਾਂ ਕੰਮ ਕਰਦੇ ਹੀ ਨਹੀਂ। ਆਪਾਂ ਦੇਖੀਏ, ਮੈਂ ਤਾਂ ਬਿਲਕੁਲ ਆਪਣਾ ਹੀ ਢਿੱਡ ਨੰਗਾ ਕਰਕੇ ਦੱਸਦਾ ਹਾਂ ਭਾਈ, ਅਸੀਂ ਤਾਂ ਬਿਲਕੁਲ ਇਸ ਤਰ੍ਹਾਂ ਹੀ ਰਹੇ। 40-40 ਸਾਲ ਹੋ ਗਏ ਸਾਨੂੰ ਇਸ ਤਰ੍ਹਾਂ ਕਰਦਿਆਂ ਨੂੰ। ਆਹ ਤਾਂ ਕਿਤੇ ਹੁਣ ਜਿਹੜਾ ਹੈਗਾ ਮਾਲਕ ਨੇ ਕਿਰਪਾ ਕੀਤੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਇਸੇ ਤਰ੍ਹਾਂ ਜਿਹੜੇ ਹੈਗੇ ਅਸੀਂ ਕਰਮਾਂ ਦੇ ਵਿੱਚ ਜਿਹੜੇ ਹੈਗੇ ਜੋ ਰੂਟੀਨ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਹੈਗੇ ਲੱਗ ਕੇ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ ਚਲੋ ਜੋ ਮਾਲਕ ਦੀ ਮਰਜ਼ੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠੇ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰੇ ਨਹਾਵੈ। ਹੁਣ ਇੱਥੇ ਫਿਰ ਜਿਹੜਾ ਹੈਗਾ ਪੰਗਾ ਪੈ ਜਾਣਾ। ਹੁਣ ਇੱਥੇ ਦੇਖੋ ਮਹਾਰਾਜ ਇਸ਼ਨਾਨ ਦੇ ਨੰਨੇ ਨੂੰ ਔਂਕੜ ਲੱਗੀ ਹੋਈ ਹੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ। ਔਰ ਇਸ਼ਨਾਨ ਜਿਹੜਾ ਹੈਗਾ ਆਪਾਂ ਨੇ ਕਰਨਾ ਹੈ ਅੰਮ੍ਰਿਤਸਰ ਦੇ ਵਿੱਚ ਕਰਨਾ ਹੈ। ਮਹਾਰਾਜ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰ ਰਹੇ। ਹੁਣ ਅੰਮ੍ਰਿਤਸਰ ਜਿਹੜਾ ਹੈਗਾ ਇੱਥੇ ਹੁਣ ਜਿਹੜਾ ਕੈਨੇਡਾ ਬੈਠਾ ਹੈ ਕਿੱਥੇ ਚਾਹੇ ਅੰਮ੍ਰਿਤਸਰ ਚਲੇ ਜਾਏਗਾ ਭਾਈ, ਕਿਵੇਂ ਇਸ਼ਨਾਨ ਕਰ ਲੇਗਾ ਅੰਮ੍ਰਿਤਸਰ ਦੇ ਵਿੱਚ?
ਉਹ ਅੰਮ੍ਰਿਤਸਰ ਜਿਹੜਾ ਹੈਗਾ ਉਹ ਜਿਹੜਾ ਹੈਗਾ ਗਿਆਨ ਹੈਗਾ, ਉੱਥੇ ਸਾਧ ਸੰਗਤ ਹੈਗੀ, ਉੱਥੇ ਗੁਰੂ ਦਾ ਗਿਆਨ ਮਿਲਦਾ ਹੈ। ਔਰ ਜਿਹੜਾ ਹੈਗਾ ਇਹ ਅੰਮ੍ਰਿਤ ਦਾ ਸਰੋਵਰ ਆਪਣੇ ਅੰਦਰ ਹੈਗਾ। ਇਹਦੇ ਵਾਸਤੇ ਮਨੁੱਖਾ ਚੂਨ ਮਿਲੀ ਹੋਈ ਆ ਆਪਾਂ ਨੂੰ, ਇਹ ਅੰਮ੍ਰਿਤ ਸਰੋਵਰ ਤੱਕ ਜਾਣ ਵਾਸਤੇ। ਇਹ ਵਿਚਾਰ ਜਦ ਬੰਦ ਕਰਾਂਗੇ ਤਾਂ ਆਪਣੇ ਅੰਦਰ ਪੜਾਂਗੇ ਆਪਾਂ ਵਿਚਾਰ ਮੰਡਲ। ਉਸ ਤੋਂ ਬਾਅਦ ਜਿਹੜਾ ਹੈਗਾ ਸੁੰਨ ਮੰਡਲ, ਉਹਦੇ ਵਿੱਚ ਜਿਹੜਾ ਬ੍ਰਹਮ ਮੰਡਲ, ਇਸ ਤਰ੍ਹਾਂ ਜਿਹੜੇ ਹੈਗੇ ਆ ਉਹ ਅੰਮ੍ਰਿਤ ਆ ਜਾਂਦਾ ਹੈ ਬ੍ਰਹਮ ਮੰਡਲ ਦੇ ਵਿੱਚ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰੇ ਨਾਵੈ। ਅੰਮ੍ਰਿਤ ਸਰੋਵਰ ਦੇ ਵਿੱਚ ਨਹਾਉਣਾ ਹੈ ਭਾਈ। ਔਰ ਬਾਣੀ ਕਹਿੰਦੀ ਆ, ਮਹਾਰਾਜ ਦੀ ਬਾਣੀ ਜਿਹੜੀ ਹੈਗੀ ਆ, ਇਹੀ ਪਾਤਸ਼ਾਹੀ ਦਾ ਸ਼ਬਦ ਹੈਗਾ। ਉਹ ਆਪਾਂ ਉਹਦਾ ਸਿਰਫ ਟਾਈਟਲ ਦੇ ਦਿੰਦੇ, ਉਹਦੀ ਜਿਹੜੀ ਆਪਣਾ ਕੰਸਰਨ ਜਿਹੜੀ ਹੈਗੀ ਆ ਉਹ ਹੈਗੀ ਆ, ਇੱਕ ਸੈਕਿੰਡ ਜੀ, ਉਹ ਸ਼ਬਦ ਜਿਹੜਾ ਹੈਗਾ ਵੈਸੇ ਜਿਹਨੇ ਕੱਢਣਾ ਹੋਏਗਾ ਅਤੇ ਦੇਖਣਾ ਹੋਏਗਾ ਤੇ 1045 ਅੰਗ ਦੇ ਉੱਤੇ ਹੈਗਾ, 1045 ਤੇ 47 ਦੇ ਇਹ ਹੈਗਾ ਪੰਜਵੀਂ ਪਾਤਸ਼ਾਹੀ ਦਾ, ਨਹੀਂ ਸੌਰੀ ਤੀਸਰੀ ਪਾਤਸ਼ਾਹੀ ਦਾ ਸ਼ਬਦ ਹੈ, ਮਾਰੂ ਮਹੱਲਾ ਤੀਜਾ। ਤੇ ਮਹਾਰਾਜ ਕਹਿੰਦੇ ਆ ਕਾਇਆ ਅੰਦਰ ਅੰਮ੍ਰਿਤਸਰ ਸਾਚਾ, ਕਾਇਆ ਅੰਦਰ ਅੰਮ੍ਰਿਤਸਰ ਸਾਚਾ, ਮਨ ਪੀਵੈ ਪਾਏ ਸੁਭਾਈ ਹੈ। ਮਨ ਨੇ ਪੀਣਾ ਆ, ਮਨ ਨੇ ਪੀਣਾ ਹੈ। ਦੇਖੋ ਕਾਇਆ ਦੇ ਅੰਦਰ ਹੈਗਾ ਔਰ ਅੰਮ੍ਰਿਤਸਰ, ਫਿਰ ਇੱਥੇ ਅੰਮ੍ਰਿਤਸਰ ਸਰ ਨੂੰ ਔਂਕੜ ਲੱਗੀ ਹੋਈ। ਕਹਿੰਦੇ ਦੇਖ ਲਾ ਪਿਆਰਿਆ, ਆ ਆਇਆ ਤੇਰੇ ਅੰਦਰ ਸਰੋਵਰ, ਇੱਥੇ ਤੱਕ ਜਾਣਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਪੀਣ ਨਹੀਂ ਦੇਣਗੇ ਤੈਨੂੰ। ਮਾਲਕ ਨੇ ਜਿਹੜੀ ਮਾਇਆ ਆਪੋਜ਼ਿਟ ਟੀਮ ਦਿੱਤੀ ਆ, ਇਹਨੂੰ ਹਰਾ ਕੇ ਫਿਰ ਇਹ ਅੰਮ੍ਰਿਤ ਤੱਕ ਪਹੁੰਚ ਸਕਦਾ ਹੈ ਤੂੰ। ਮਨ ਪੀਵੇ ਭਾਏ ਸੁਭਾਈ ਹੈ, ਭਾਵਨਾ ਪਿਆਰ ਦੇ ਨਾਲ। ਸੁਭਾਈ ਮਤਲਬ ਬਹੁਤ 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 ਪਿਆਰ ਦੇ ਨਾਲ ਜਿਹੜਾ ਹੈਗਾ, ਪੂਰਾ ਪਿਆਰ ਪਾਉਣਾ ਪਊਗਾ ਤੈਨੂੰ ਅੰਮ੍ਰਿਤ ਵਾਸਤੇ। ਕਾਇਆ ਅੰਦਰ ਅੰਮ੍ਰਿਤਸਰ ਸਾਚਾ, ਮਨ ਪੀਵੇ ਭਾਏ ਸੁਭਾਈ ਹੈ। ਆਇਆ ਭਾਈ ਇੱਥੇ ਹੈਗਾ, ਇਹਦੇ ਵਿੱਚ ਇਸ਼ਨਾਨ ਕਰਨ ਵਾਸਤੇ ਕਹਿ ਰਹੇ ਆ ਮਹਾਰਾਜ। ਵਾਪਸ ਅਸੀਂ ਉੱਥੇ ਹੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠੇ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰੇ ਨਹਾਵੈ। ਬਾਕੀ ਜਿਹੜਾ ਹੈਗਾ ਆਪਾਂ ਉਹ ਅੰਮ੍ਰਿਤ ਸਰੋਵਰ ਜਿਹੜਾ ਹੈਗਾ ਪੰਜਵੀਂ ਪਾਤਸ਼ਾਹੀ ਨੇ ਜਿਹੜਾ ਹੈਗਾ ਉਹ ਉਹਦੇ ਕੀਤੀ ਹੈ, ਉੱਥੇ ਜਿਹੜਾ ਹੈਗਾ ਉਹ ਹੈਗਾ ਆਪਣੇ ਜਿਹੜੇ ਹੈਗੇ ਸੰਗਤ ਦੇ ਵਾਸਤੇ ਭਾਈ, ਸਾਧ ਸੰਗਤ ਕਰਨੀ ਆਪਾਂ ਨੇ। ਉੱਥੇ ਜਿਹੜਾ ਹੈਗਾ ਆਪਾਂ ਨੂੰ ਗਿਆਨ ਮਿਲਦਾ ਹੈ, ਆਪਣੇ ਗੁਰੂ ਦੇ ਨਾਲ ਗੱਲਬਾਤ ਹੁੰਦੀ, ਗੁਰੂ ਦੀ ਮੱਤ ਮਿਲਦੀ ਹੈ ਉੱਥੇ। ਕਿਉਂਕਿ ਉੱਥੇ ਹਮੇਸ਼ਾ ਹੀ ਜਿਹੜਾ ਹੈਗਾ ਉੱਥੇ ਇੰਨਾ ਜ਼ਿਆਦਾ ਪੋਜ਼ੀਟਿਵ ਵਾਈਬ੍ਰੇਸ਼ਨ ਹੈਗੀ ਆ, ਇੰਨਾ ਜਿਹੜਾ ਹੈਗਾ ਉੱਥੇ ਜਾ ਕੇ ਬੈਠਦੇ ਸਾਰੀ ਜਿਹੜਾ ਹੈਗਾ ਧਿਆਨ ਜਿਹੜਾ ਹੈਗਾ ਆਪਣਾ ਜਾਂ ਆਪਣੇ ਵਿਚਾਰ ਬੰਦ ਹੋਣੇ ਸ਼ੁਰੂ ਹੋ ਜਾਂਦੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠੇ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰੇ ਨਹਾਵੈ। ਪੀਣਾ ਵੀ ਹੈਗਾ ਔਰ ਇਸ਼ਨਾਨ ਵੀ ਕਰਨਾ ਹੈਗਾ। ਉਪਦੇਸੇ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਦੇਖ ਲਓ ਭਾਈ, ਉਪਦੇਸੇ ਗੁਰੂ, ਜਿਵੇਂ ਗੁਰੂ ਨੇ ਕਿਹਾ ਆ। ਗੁਰੂ ਕੀ ਕਹਿੰਦਾ ਹੈ? ਗੁਰੂ ਤਾਂ ਕਹਿੰਦਾ ਹੈ ਭਾਈ ਆਪਣੇ ਅੰਦਰ ਵੜ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸੁਆਰੇ। ਗੁਰੂ ਤਾਂ ਆ ਕਹਿ ਰਿਹਾ ਭਾਈ ਥਿਰ ਘਰੇ ਬੈਠੋ, ਘਰ ਦੇ ਵਿੱਚ ਹੀ ਬੈਠ, ਆਪਣੇ ਅੰਦਰ ਵੜ ਕੇ ਮਨ ਨੇ ਬੈਠਣਾ ਹੈ, ਮਨ ਨੇ ਭਗਤੀ ਕਰਨੀ ਹੈ। ਸਾਰੀ ਖੇਡ ਮਨ ਦੀ ਹੈਗੀ, ਮਨ ਨੂੰ ਬਿਠਾਉਣਾ ਹੈ, ਮਨ ਦੇ ਵਿੱਚ ਲਹਿਰਾਂ ਹੈ। ਤਾਂ ਹੀ ਜਿਹੜਾ ਹੈਗਾ ਇਹ ਨਹੀਂ ਮਿਲ ਰਿਹਾ ਇਹ ਅੰਮ੍ਰਿਤਸਰ।
ਉਪਦੇਸ ਹੈ ਗੁਰੂ ਹਰ ਹਰ ਜਪ ਜਾਪੈ। ਕਹਿੰਦੇ ਗੁਰੂ ਨੇ ਜਿਵੇਂ ਕਿਹਾ ਹੈ, ਉਪਦੇਸ਼ ਕੀਤਾ ਹੈ, ਤੇ ਜਾਪ ਕਰਨਾ ਹੈ ਭਾਈ। ਪਰਮੇਸ਼ਰ ਦਾ ਨਾਮ ਇੱਕ ਅੱਖਰ ਦੀ ਭਗਤੀ ਕਰਨੀ ਹੈ। ਉਪਦੇਸ਼ ਹੈ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਕਹਿੰਦੇ ਬਜਰ ਪਾਪ ਕੀਤੇ ਹੋਏ ਸਾਰੇ ਜਿਹੜੇ ਹੈਗੇ ਤੇਰੇ ਸੰਸਕਾਰ ਪਾਪ ਦੋਖ ਲੈ ਜਾਣਗੇ ਭਾਈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਚੜ੍ਹੇ ਦਿਵਸ ਫਿਰ ਜਿਹੜਾ ਹੈਗਾ ਫਿਰ ਕਹਿੰਦੇ ਆ, ਫਿਰ ਗੁਰਬਾਣੀ ਗਾਵੈ। ਗੁਰਬਾਣੀ ਫਿਰ ਜਿਹੜੀ ਹੈਗੀ ਹੈ ਬਾਣੀ ਵਰਡ ਗੁਰਬਾਣੀ ਜਿਹੜਾ ਹੈਗਾ ਇਹ ਫਿਰ ਜਿਹੜਾ ਹੈਗਾ ਉਸੇ ਨਾਮ ਦੇ ਉੱਤੇ ਵਰਦਾ ਹੈ, ਉਸੇ ਧਿਆਨ ਸਿਮਰਨ 'ਤੇ ਵਰਦਾ ਹੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। GPS ਵੀ ਦੇਖ ਲੈ, ਕੋਈ ਪ੍ਰੋਬਲਮ ਨਹੀਂ ਹੈਗੀ। ਉਹ ਬਾਣੀ ਜਿਹੜੀ ਹੈਗੀ ਗੁਰੂ ਦੀ ਮਾਤਿਆ ਉਹ ਵੀ ਲਾ ਲੈ, ਕੋਈ ਉਹਦੇ ਵਿੱਚ ਉਹ ਨਹੀਂ ਹੈਗੀ। ਉਹਨੇ ਫਿਰ ਜਿਹੜਾ ਐਂਟਰ ਮਾਰਨਾ ਹੈ, ਫਿਰ ਕਹਿਣਾ ਹੈ ਨਾਮ ਜਪ ਤੇਰਾ ਸਮਾਂ ਜਾ ਰਿਹਾ ਹੈ। ਆ ਬਾਣੀ ਕੀ ਕਰ ਰਹੀ ਆਪਾਂ ਨੂੰ? ਬਾਣੀ ਪੂਰੀ ਦੀ ਪੂਰੀ ਬਾਣੀ ਜਿਹੜੀ ਹੈਗੀ ਨਾਮ ਜਪਣ ਵਾਸਤੇ ਆਪਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਉਦਮ ਕਰਨ ਵਾਸਤੇ ਪ੍ਰੇਰਨਾ ਦੇ ਰਹੀ ਹੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਚੜ੍ਹੇ ਦਿਵਸ ਜਿਹੜਾ ਹੈ ਫਿਰ ਸ਼ੋਰ ਹੋ ਜਾਣਾ ਹੈ, ਫਿਰ ਜਿਹੜਾ ਹੈਗਾ ਨਹੀਂ ਧਿਆਨ ਲੱਗਣਾ ਆਪਣਾ, ਅਤੇ ਭਾਈ ਉਹਨੂੰ ਉੱਚੀ ਜਿਹੜਾ ਹੈਗਾ ਉੱਚੀ ਬੋਲਣਾ ਸ਼ੁਰੂ ਕਰ ਦੇ। ਬਹਿੰਦੇ ਉੱਠਦੇ ਜਿਹੜਾ ਹੈਗਾ ਚੇਤੇ ਰੱਖੇ ਨਾਮ ਨੂੰ, ਭੁੱਲ ਨਾ ਜਾਏ ਧਿਆਨ ਨੂੰ। ਜਿੱਥੇ ਸਮਾਂ ਲੱਗਿਆ ਉੱਥੇ ਫਿਰ 2 ਮਿੰਟ ਲਾ ਲੇ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ। ਦੇਖੋ ਧਿਆਉਣਾ ਨਹੀਂ ਛੱਡ ਰਹੇ ਮਹਾਰਾਜ, ਧਿਆਨ ਨਹੀਂ ਛੱਡ ਰਹੇ। ਧਿਆਉਣਾ ਕੀ ਹੈ? ਧਿਆਉਣਾ ਹੈਗਾ ਧਿਆਨ ਵੀ ਮਾਲਕ ਪਰਮਾਤਮਾ ਦੇ ਅੰਦਰ ਅੰਗ ਸੰਗ ਤੇਰੇ ਮਾਲਕ ਹੈਗਾ, ਉਹਦੇ ਨਾਲ ਧਿਆਨ ਰਹਿਣਾ ਚਾਹੀਦਾ। ਮਾਲਕ ਮੇਰੇ ਨਾਲ ਹੈਗਾ। ਸਾਹਸ ਗਿਰਾਸ, ਸਾਹਸ ਦਿੱਤੇ ਹੈ ਮਾਲਕ ਨੇ, ਔਰ ਅੰਨ ਦਿੱਤਾ ਹੈ, ਔਰ ਸਾਹਸ ਗਿਰਾਸ ਜਿਹੜਾ ਹੈਗਾ ਇਹ ਸਾਹ ਆ ਰਿਹਾ ਸਾਹ ਜਾ ਰਿਹਾ ਹੈ। ਇਹਨਾਂ ਦੇ ਨਾਲ ਟਿਊਨ ਕਰ ਲਓ। ਜੋ ਸਾਹਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨੇ ਭਾਵੈ। ਉਹ ਗੁਰ ਸਿੱਖਿਆ ਪਾਏ, ਉਹ ਗੁਰੂ ਦੇ ਮਨ ਨੂੰ ਪਾ ਜਾਏਗਾ। ਜੋ ਸਾਹਸ ਗਿਰਾਸ ਧਿਆਏ ਮੇਰਾ ਹਰ, ਜੋ ਇਸ ਤਰੀਕੇ ਦੇ ਨਾਲ ਉੱਪਰ ਜਿਹੜਾ ਜੋ ਆ ਕਾਰਵਾਈ ਦੱਸੀ ਹੋਈ ਹੈ ਭਾਈ ਸਤਿਗੁਰੂ ਦਾ ਸਿੱਖ ਅਖਾਉਣ ਵਾਸਤੇ, ਆ ਸਾਰੀ ਦੀ ਸਾਰੀ ਕਾਰਵਾਈ ਹੈਗੀ। ਦੇਖ ਲਈਏ ਆਪਾਂ ਆਪਣੇ ਉੱਤੇ ਲਾ ਕੇ ਦੇਖ ਲਈਏ ਵੀ ਅਸੀਂ ਕਿੰਨਾ ਕੁ ਕਰਦੇ ਹਾਂ ਇਹਦੇ ਵਿੱਚੋਂ। ਜੋ ਸਾਹਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨੇ ਭਾਵੈ। ਸੋ ਗੁਰਸਿੱਖ ਕੱਖੇ ਦੀ ਔਂਕੜ ਲੱਗੀ ਹੈ, ਕਹਿੰਦੇ ਉਹ ਹੈ ਗੁਰਸਿੱਖ। ਸੋ ਗੁਰਸਿੱਖ ਗੁਰੂ ਮਨੇ ਭਾਵੈ, ਜਿਸਨੂੰ ਦਿਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਿਸ ਤੇ ਦਿਆਲ ਹੋ ਗਿਆ ਮਾਲਕ ਪਰਮਾਤਮਾ, ਉਹ ਸੁਆਮੀ, ਉਸ ਗੁਰਸਿੱਖ ਨੂੰ ਕੀ ਹੁੰਦਾ ਹੈ? ਗੁਰੂ ਉਪਦੇਸ਼ ਸੁਣਾਵੈ। ਕਹਿੰਦੇ ਗੁਰੂ ਦਾ ਉਪਦੇਸ਼ ਕੀ ਹੈਗਾ? ਵੀ ਅੰਦਰ ਸੁਣਨ ਦੇ ਵਿੱਚ ਜਾ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿੰਦੇ ਉਹ ਸ਼ਬਦ ਸੁਣਨ ਲੱਗ ਜਾਂਦਾ ਹੈ, ਆਪਣੇ ਆਪ ਚੱਲ ਪੈਂਦੀ ਹੈ ਕਾਰਵਾਈ, ਆਪਣੇ ਆਪ ਹੋਣ ਲੱਗ ਜਾਂਦੀ ਹੈ। ਸੁਖੈਨ ਹੋ ਗਿਆ। ਕਿੱਥੇ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਧਿਆਨ ਲਾਉਣਾ ਪੈਂਦਾ ਸੀ, ਬੋਲਣਾ ਪੈਂਦਾ ਸੀ। ਆਪਾਂ ਬੋਲਦੇ ਸੀਗੇ ਮੂੰਹ ਦੇ ਨਾਲ ਵਾਹਿਗੁਰੂ ਵਾਹਿਗੁਰੂ, ਅੱਲਾਹੁ ਅੱਲਾਹੁ, ਹਰੀਓਮ ਹਰੀਓਮ ਕਰਦੇ ਸੀਗੇ। ਕਿੱਥੇ ਜਿਹੜਾ ਹੈਗਾ ਅੰਦਰੋਂ ਸ਼ੁਰੂ ਹੋ ਗਿਆ ਆਟੋਮੈਟੀਕਲੀ। ਕਿੰਨਾ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਕਿੰਨਾ ਆਪਾਂ ਨੂੰ ਮਹਾਰਾਜ ਨੇ ਜਿਹੜਾ ਹੈਗਾ ਸੁਖੈਨ ਕਰ ਦਿੱਤਾ। ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ, ਤਿਸ ਗੁਰਸਿੱਖੀ, ਜੋ ਆਪ ਜਪੈ ਆਵਰਾ ਨਾਮ ਜਪਾਵੇ। ਜਨ ਨਾਨਕ ਆਪਣੇ ਆਪ ਨੂੰ ਕੀ ਕਹਿ ਰਿਹਾ ਮਹਾਰਾਜ? ਆਪਣੇ ਆਪ ਨੂੰ ਜਨ ਕਹਿ ਰਿਹਾ। ਆਪਣੇ ਆਪ ਨੂੰ ਮਹਾਰਾਜ ਔਂਕੜ ਲਗਾਈ ਹੈ। ਚੌਥੀ ਪਾਤਸ਼ਾਹੀ ਕਹਿੰਦੇ ਮੈਂ ਤਾਂ ਧੂੜ ਮੰਗਦਾ ਐਸੇ ਗੁਰਸਿੱਖ ਦੀ ਪਾਏ, ਐਸੇ ਗੁਰਸਿੱਖ ਦੀ ਧੂੜ ਮੰਗਦਾ, ਉਹਦੇ ਨਾਲ ਮੈਂ ਰਹਿਣਾ ਚਾਹੁੰਦਾ ਹਾਂ, ਉਹਦੀ ਗਾਈਡੈਂਸ ਚਾਹੀਦੀ ਹੈ ਮੈਨੂੰ। ਜਨ ਨਾਨਕ ਧੂੜ ਮੰਗੇ, ਤਿਸ ਗੁਰਸਿੱਖੀ,
ਜੋ ਆਪ ਜਪੈ ਅਵਰੈ ਨਾਮ ਜਪਾਵੈ। ਇੱਥੇ ਪੂਰੇ ਦੇ ਪੂਰੇ ਦੇ ਵਿੱਚ ਦੇਖੋ, ਪੂਰੇ ਸ਼ਬਦ ਦੇ ਵਿੱਚ ਜਿਹੜਾ ਹੈਗਾ ਸਿਰਫ ਧਿਆਨ ਸਿਮਰਨ ਹੈਗਾ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਹ ਭਾਈ ਆਪਾਂ ਸ਼ਬਦ 'ਤੇ ਸੀਗੇ, ਉਹ ਬਾਰ ਆ ਰਿਹਾ ਸੀ ਵੀ ਗੁਰੂ ਮਿਲਿਆ। ਗੁਰੂ ਕਿਵੇਂ ਮਿਲਦਾ ਹੈ? ਪਾਇਓ ਬਾਲ ਬੁੱਧ ਸੁਖ ਰੇ, ਹਰਖ ਸੋਗ ਹਾਨ ਮਿਰਤ, ਦੁਖ ਸੁਖ ਚਿੱਤ ਸਮਸਰ ਗੁਰ ਮਿਲੇ। ਹਾਂਜੀ, ਜਿਹੜੇ ਆਪ ਨਹੀਂ ਜਪਦੇ ਨਾ, ਉਹਨਾਂ ਨੂੰ ਤਾਂ ਨਹੀਂ ਨਾ ਕੋਈ ਹੱਕ ਵਾਲਾ ਹੈਗਾ ਕਿਸੇ ਨੂੰ ਕਹਿਣ ਦਾ ਵੀ ਨਾਮ ਜਪਿਆ ਕਰੋ। ਵਾਹ ਜੀ ਵਾਹ, ਕਮਾਲ ਦੀ ਗੱਲ ਹੈ, ਕਮਾਲ। ਉਹਨਾਂ ਦੇ ਕਹਿਣ ਦੇ ਨਾਲ ਕਿਸੇ ਨੇ ਜਪਣਾ ਵੀ ਨਹੀਂ ਹੈਗਾ। ਉਹਨਾਂ ਮੋਸਟਲੀ ਇਹੀ ਹੋ ਰਿਹਾ ਜੀ, ਮੋਸਟਲੀ ਦੁਨੀਆ 'ਚ ਇਹੀ ਹੋ ਰਿਹਾ। ਬਸ ਆਹੀ ਗੱਲ ਹੈ। ਬਿਲਕੁਲ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਜੋਲੋ ਹੋਂ ਕਿਛ ਸੋਚੋ ਚਿਤੋਂ, ਤੌਲੋ ਦੁਖਨ ਪਰੇ, ਜੋ ਕਿਰਪਾਲ ਗੁਰਪੂਰਾ ਭੇਟਿਆ, ਤਉ ਆਨੰਦ ਸਹਿਜੇ। ਜੇਤੀ ਸਿਆਣਪ ਕਰਮ ਹੋ ਕੀਏ, ਤੇਤੇ ਬੰਧ ਪਰੇ, ਜੋ ਸਾਧੂ ਕਰ ਮਸਤਕ ਤਰਿਓ, ਤਬ ਹਮ ਮੁਕਤ ਪਾਏ। ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਸਾਧੂ ਨੇ ਮੱਥੇ ਤੇ ਕਿਵੇਂ ਹੱਥ ਰੱਖਣਾ ਹੈ। ਜਦ ਸਾਧੂ ਦਾ ਹੱਥ ਤਾਂ ਹੈ ਨਾ, ਜੇ ਆਪਾਂ ਹੁਣ ਗੁਰੂ ਦੀ ਗੱਲ ਮੰਨ ਲਈ, ਜੇ ਆਪਾਂ ਟੀਚਰ ਦੀ ਗੱਲ ਮੰਨ ਲਈ, ਤਾਂ ਆਪਾਂ ਨੂੰ ਆ ਜਾਏਗਾ ਉਹ ਜਿਹੜਾ ਗਿਆਨ ਜਿਹੜਾ ਗੁਰੂ ਦੇ ਰਿਹਾ, ਤਾਂ ਉਹ ਅਚੀਵ ਕਰ ਲਾਂਗੇ ਉਹ ਟਾਰਗੇਟ। ਜੌਲੋ ਮੇਰੋ ਕਰਤੋ, ਤੌਲੋ ਬਿਖ ਘੇਰੇ, ਮਨ ਤਨ ਬੁੱਧ ਅਰਪੀ ਠਾਕੁਰ ਕੋ, ਤਬ ਹਮ ਸਹਿਜੇ ਸੋਏ। ਮਨ ਤਨ ਬੁੱਧੀ ਜਿਹੜੀ ਹੈ ਗੁਰੂ ਨੂੰ ਹੀ ਅਰਪਣ ਕਰਦੀ ਆ ਆਪਾਂ, ਬਸ ਠਾਕੁਰ ਨੂੰ ਮਿਲ ਜਾਊਗੀ। ਮਨ ਤਨ ਬੁੱਧ ਅਰਪੀ ਠਾਕੁਰ ਕੋ, ਤਬ ਹਮ ਸਹਿਜੇ ਸੋਏ। ਜੌਲੋ ਪੋਟ ਉਠਾਈ ਚੱਲਿਓ, ਤੌਲੋ ਡਾਨ ਭਰੇ। ਉਹ ਮਾਇਆ ਦੀ ਪੋਟਲੀ ਆ ਭਾਈ, ਜਦ ਤੱਕ ਚੱਕੀ ਰੱਖਾਂਗੇ ਮੋਹ ਦੀ, ਅਟੈਚਮੈਂਟ ਦੀ, ਦੁਨੀਆ ਨੂੰ ਸਮਝਾਂਗੇ ਇਹੀ ਹੈ ਸਾਰਾ ਕੁਛ, ਤੇ ਭਾਈ ਦੇਖ ਲਓ ਸਰੀਰ ਵੀ ਛੱਡ ਕੇ ਜਾਣਾ ਪਊਗਾ ਭਾਈ। ਔਰ ਆ ਮਨ ਤਨ ਬੁੱਧੀ ਜਿਹੜੀ ਹੈਗੀ ਆ, ਇਹ ਜਿਹੜੇ ਹੈਗੇ ਤਨ ਨੂੰ ਤਾਂ ਆਪਣਾ ਵਰਤਣ ਨੂੰ ਨਹੀਂ ਮਿਲਣਾ, ਬੁੱਧੀ ਕਿੱਥੇ ਲਾ ਲਾਂਗੇ ਆਪਾਂ। ਮਨ ਜਿਹੜਾ ਹੈਗਾ, ਜਿਹੜਾ ਸੰਸਕਾਰ ਜਿਹੜੇ ਹੈਗੇ ਲੈ ਕੇ ਜਾਵਾਂਗੇ ਆਪਾਂ। ਜੌਲੋ ਪੋਟ ਉਠਾਈ ਚੱਲਿਓ, ਤੌਲੋ ਡਾਨ ਭਰੇ, ਪੋਟ ਡਾਰ ਗੁਰ ਪੂਰਾ ਮਿਲਿਆ, ਤਉ ਨਾਨਕ ਨਿਰਭੈ। ਗੁਰੂ ਪੂਰਾ ਮਿਲੇਗਾ ਤਾਂ ਇਹ ਪੋਟਲੀ ਮਾਇਆ ਮੋਹ ਦੀ ਜਿਹੜੀ ਹੈਗੀ ਇਹ ਸੁੱਟੀ ਜਾਏਗੀ, ਤਾਂ ਲੇਖੇ ਤੋਂ ਬਾਹਰ ਆਵਾਂਗੇ। ਕੀ ਜੀ? ਨਹੀਂ ਇਹ ਤਾਂ ਇਹੀ ਕਰ ਰਹੇ ਹਾਂ ਆਪਾਂ, ਇਹੀ ਕਰ ਰਹੇ ਹਾਂ। ਪਾਇਓ ਬਾਲ ਬੁੱਧਰੇ, ਇਹ ਇੱਥੋਂ ਹੀ ਸ਼ੁਰੂ ਕੀਤਾ ਸੀ। ਹਾਂਜੀ, ਉਹ ਤਾਂ ਉਹ ਐਗਜ਼ਾਮਪਲ ਸੀਗਾ। ਹਾਂਜੀ। ਗੌੜੀ ਮਾਲਾ ਮਹੱਲਾ ਪੰਜਵਾਂ। ਇਹ ਹੁਣ ਆਪਾਂ 214 ਅੰਗ ਤੇ ਹੈਗੇ ਆ। ਠੀਕ ਹੈ ਜੀ। ਗੌੜੀ ਮਾਲਾ ਮਹੱਲਾ ਪੰਜਵਾਂ, ਇਹ ਦੂਸਰਾ ਹੈਗਾ, ਉਸੇ ਲੜੀ ਦਾ ਦੂਸਰਾ ਮੋਤੀ ਹੈਗਾ ਪਾਏ। 160 ਨੰਬਰ ਪਾਇਆ, ਦੇਖੋ 4 ਪਾਇਆ, ਥੱਲੇ 2 ਪਾਏ ਤੇ 160 ਪਾਇਆ। 4 ਬੰਦਾਂ ਦਾ ਹੈਗਾ, ਤੇ ਫਿਰ ਪਹਿਲਾਂ 2 ਡੰਡੀਆਂ, 4, ਫਿਰ 2 ਡੰਡੀਆਂ, ਫਿਰ 2 ਦਾ ਮਤਲਬ ਆ ਇਹ ਜਿਹੜਾ ਹੈਗਾ ਦੂਸਰਾ ਸ਼ਬਦ ਆ ਲੜੀ ਦਾ, ਟੌਪਿਕ ਦਾ ਦੂਜਾ ਸ਼ਬਦ ਆ। ਲੜੀ ਮਤਲਬ ਟੌਪਿਕ। ਔਰ 160ਵਾਂ ਜਿਹੜਾ ਹੈਗਾ ਇਹ ਇਹਨਾਂ ਦਾ ਸ਼ਬਦ ਹੈਗਾ ਮਹਾਰਾਜ ਦਾ, ਪੰਜਵੀਂ ਪਾਤਸ਼ਾਹੀ ਦਾ। ਗੌੜੀ ਮਾਲਾ ਮਹੱਲਾ ਪੰਜਵਾਂ। ਭਾਵਨ ਤਿਆਗਿਓ ਰੀ ਤਿਆਗਿਓ। ਹੁਣ ਭਾਵਨ ਜਿਹੜਾ ਇੱਥੇ ਆ ਗਿਆ, ਇਹ ਭਾਵਨ ਕੀ ਹੁੰਦਾ ਹੈ? ਭਾਵਨ ਪਾਈ ਜਿਹੜਾ ਹੈਗਾ, ਭਾਵਨ ਉਹੀ ਹੈ ਲਹਿਰਾਂ, ਜਿਚਰੇ ਮਨ ਲਹਿਰੀ ਵਿੱਚ ਹੈ, ਉਹੀ ਆਪਾਂ ਜਿਹੜੇ ਹੈਗੇ ਆਪਣੀ ਸੋਚ, ਆਪਣੇ ਵਿਚਾਰ, ਆਹੀ ਭਾਵਨ ਹੈਗੀ। ਭਾਵਨ ਤਿਆਗਿਓ ਰੀ ਤਿਆਗਿਓ ਮੈਂ ਗੁਰ ਮਿਲ ਤਿਆਗਿਓ। ਲਓ ਦੇਖੋ ਭਾਈ, 2 ਲਾਈਨਾਂ ਦੇ ਵਿੱਚ 4 ਵਾਰੀ ਤਿਆਗਿਓ ਆ ਗਿਆ, 4 ਵਾਰੀ ਤਿਆਗਿਓ ਆਇਆ, 4 ਵਾਰੀ। ਕਿੰਨਾ ਜ਼ਰੂਰੀ ਹੈਗਾ ਭਾਈ। ਅੰਦਰ ਦੀ ਜਰਨੀ ਹੋ ਹੀ ਨਹੀਂ ਸਕਦੀ ਜਦ ਤੱਕ ਆਪਾਂ ਵਿਚਾਰਾਂ ਦੇ ਉੱਤੇ ਨਹੀਂ ਦੇਖਦੇ, ਧਿਆਨ ਨਹੀਂ ਕਰਦੇ।
ਵਿਚਾਰ ਨਹੀਂ ਬੰਦ ਕਰਦੇ ਆਪਣੇ। ਔਰ ਇਹਦੇ ਵਾਸਤੇ ਇੱਕ ਅੱਖਰ ਦਾ ਸ਼ਬਦ ਅਭਿਆਸ ਜਿਹੜਾ ਹੈਗਾ ਸਟਾਰਟਿੰਗ ਉੱਥੋਂ ਕਰਨੀ ਹੈ ਜਰਨੀ। ਇਹੀ ਭਗਤੀ ਹੈਗੀ, ਇਹੀ ਪ੍ਰੈਕਟੀਕਲ ਹੈ, ਇਹੀ ਜਿਹੜਾ ਹੈਗਾ ਹਾਂ ਇਹੀ ਪ੍ਰੈਕਟੀਕਲ ਹੈਗਾ ਆਪਣਾ। ਇਹ ਕਿਰਿਆ ਹੈਗੀ ਆਪਾਂ ਨੂੰ ਕਰਨ ਵਾਸਤੇ। ਇਹ ਨਹੀਂ ਕੀਤੀ ਤੇ ਆਪਾਂ ਨੇ ਭਗਤੀ ਨਹੀਂ ਕੀਤੀ। ਆਪਾਂ ਨੇ ਭਗਤੀ ਨਹੀਂ ਕੀਤੀ। ਆਪਾਂ ਨੇ GPS ਖੋਲ੍ਹਿਆ ਬੰਦ ਕਰ ਦਿੱਤਾ, GPS ਖੋਲ੍ਹਿਆ ਬੰਦ ਕਰ ਦਿੱਤਾ। ਪਤਾ ਨਹੀਂ ਕਿੰਨਾ ਟਾਈਮ ਤੋਂ ਇਹੀ ਕੁਛ ਕਰਦੇ ਆ ਰਹੇ ਹਾਂ ਆਪਾਂ। ਕਿਉਂਕਿ ਜਿਸ ਪਾਠ ਨੂੰ ਆਪਾਂ, ਜਿਸ GPS ਨੂੰ, ਜਿਹੜੇ ਕੀਰਤਨ ਨੂੰ ਆਪਾਂ ਕਰ ਰਹੇ ਹਾਂ, ਉਹ ਕੀਰਤਨ ਹੀ ਤਾਂ ਇਹ ਕਹਿ ਰਿਹਾ ਹੈ ਭਾਈ, ਆਹੀ ਤਾਂ ਕੀਰਤਨ ਕਰਦੇ ਹਾਂ ਆਪਾਂ। ਇਹੀ ਬਾਣੀ ਤਾਂ ਕੀਰਤਨ ਕਰ ਰਹੇ ਹਾਂ ਆਪਾਂ। ਇਹ ਬਾਣੀ ਤਾਂ ਬੋਲ ਰਹੀ ਹੈ। ਆਪਾਂ ਉਸੇ ਨੂੰ ਜਿਹੜਾ ਹੈਗਾ ਸਮਝ ਰਹੇ ਹਾਂ ਇਹ ਭਗਤੀ ਹੈਗੀ ਆ। ਕਿਸ ਤਰੀਕੇ ਨਾਲ ਭਗਤੀ ਹੈ ਭਾਈ? ਜੋ ਕਹਿ ਰਹੀ ਹੈ ਉਹ ਕੰਮ ਤਾਂ ਆਪਾਂ ਕਰ ਹੀ ਨਹੀਂ ਰਹੇ। ਬਹੁਤ ਜਿਹੜਾ ਹੈਗਾ ਨਾ, ਆਹ ਜਿਹੜੀ ਹੈਗੀ ਇਸ ਜਗ੍ਹਾ, ਆਹ ਜਗ੍ਹਾ, ਆਹ ਜਿਹੜਾ ਹੈਗਾ, ਜਿਸ ਜਗ੍ਹਾ ਜੇ ਕੋਈ ਇਨਸਾਨ ਜਿਹੜਾ ਹੈਗਾ ਇਸ 'ਤੇ ਧਿਆਨ ਦੇ ਦੇਗਾ ਨਾ ਤੇ ਖੇਡ ਨੂੰ ਜਿੱਤਣ ਦੀ ਕੋਸ਼ਿਸ਼ ਕਰ ਲਏਗਾ। ਗੌੜੀ ਮਾਲਾ ਮਹੱਲਾ ਪੰਜਵਾਂ। ਪਾਵਨ ਤਿਆਗਿਓ ਰੀ ਤਿਆਗਿਓ, ਤਿਆਗਿਓ ਮੈਂ ਗੁਰ ਮਿਲੇ ਤਿਆਗਿਓ। ਕਹਿੰਦੇ ਗੁਰੂ ਨੂੰ ਮਿਲ ਕੇ ਪਾਏ। ਗੁਰੂ ਹੀ ਤਾਂ ਦੱਸ ਰਿਹਾ, ਆਪਾਂ ਗੁਰੂ ਨੂੰ ਤਾਂ ਮਿਲ ਰਹੇ ਹਾਂ। ਹੋਰ ਆਪਾਂ ਕੀ ਕਰ ਰਹੇ ਹਾਂ? ਗੁਰੂ ਦੀ ਮੱਤ ਲੈ ਰਹੇ ਹਾਂ ਆਪਾਂ। ਗੁਰੂ ਤਾਂ ਬੋਲ ਰਹੇ ਆ, ਸਾਕਸ਼ਾਤ ਗੁਰੂ ਬੋਲ ਰਹੇ ਆ। ਪੰਜਵੀਂ ਪਾਤਸ਼ਾਹੀ ਗਈ ਥੋੜ੍ਹੀ ਨਾ। ਇਹ ਤਾਂ ਕਹਿੰਦੇ ਇਹ ਜਿਹੜੇ ਹੈਗੇ ਆ ਦੁਨੀਆ ਕਹਿੰਦੀ ਸਿੱਖਾਂ ਦੇ ਤਾਂ ਕਹਿੰਦੇ ਗੁਰੂ ਜਿਹੜੇ ਹੈਗੇ, ਇਹਨਾਂ ਦੇ ਜਿਹੜੇ ਗੁਰੂ, ਇਹਨਾਂ ਦੇ ਪ੍ਰੋਫਿਟ ਜਿਹੜੇ ਹੈਗੇ, ਕਹਿੰਦੇ ਆਏ ਆ ਤੇ ਆ ਕੇ ਗਏ ਨਹੀਂ ਹੈ ਕਹਿੰਦੇ ਕਿਤੇ। ਡਾਇਰੈਕਟ ਜਿਹੜਾ ਹੈ ਉਹਨਾਂ ਦੇ ਮੁਖ ਤੋਂ ਜਿਹੜਾ ਹੈਗਾ ਗਿਆਨ ਜਿਹੜਾ ਹੈਗਾ ਡਾਇਰੈਕਟ ਜਿਹੜਾ ਹੈਗਾ ਉਹ ਬੋਲਦੇ ਆ ਹਮੇਸ਼ਾ ਹੀ। ਇਸ ਕਰਕੇ ਕਹਿੰਦੇ ਜਾਗਤ ਜੋਤ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਕਹਿੰਦੇ ਆ। ਗੁਰੂ ਸਿੱਧਾ ਹੀ ਗੁਰੂ ਬੋਲ ਰਹੇ, ਉੱਥੋਂ ਤੱਕ ਗੁਰੂ ਦੀ ਆਵਾਜ਼ ਆ ਰਹੀ ਹੈ। ਗੌੜੀ ਮਾਲਾ ਮਹੱਲਾ ਇਸੇ ਕਰਕੇ ਕਹਿੰਦੇ ਜੀ ਜੁਗੋ ਜੁਗ ਅਟਲ। ਹਾਂ ਬਿਲਕੁਲ, ਇਸੇ ਕਰਕੇ ਕਹਿੰਦੇ ਜੁਗੋ ਜੁਗ ਅਟਲ। ਬਹੁਤ ਵਧੀਆ ਜੀ, ਬਹੁਤ ਵਧੀਆ। ਗੌੜੀ ਮਾਲਾ ਮਹੱਲਾ ਪੰਜਵਾਂ। ਪਾਵਨ ਤਿਆਗਿਓ ਰੀ ਤਿਆਗਿਓ, ਤਿਆਗਿਓ ਮੈਂ ਗੁਰਮਿਲ ਤਿਆਗਿਓ। ਸਰਬ ਸੁਖ ਆਨੰਦ ਮੰਗਲ ਰਸ, ਮਾਨ ਗੋਬਿੰਦ ਆਗਿਓ ਰਾਓ। ਆਹਾ, ਕਹਿੰਦੇ ਸਾਰੇ ਸੁੱਖ ਆ ਗਏ, ਆਨੰਦ ਆ ਗਿਆ, ਮੰਗਲ ਖੇੜਾ ਆ ਗਿਆ, ਕਹਿੰਦੇ ਬਸ ਰਸ ਆ ਗਿਆ, ਅੰਮ੍ਰਿਤ ਰਸ ਆ ਗਿਆ। ਹੁਣ ਦੇਖੋ ਇੱਥੇ ਅੱਗੇ ਇੱਕ ਹੋਰ ਜਿਹੜਾ ਹੈਗਾ ਆ ਰਿਹਾ ਭਾਈ, ਮਾਨ ਗੋਬਿੰਦ ਆਗਿਓ। ਕਹਿੰਦੇ ਮਾਲਕ ਦੀ ਆਗਿਆ ਮੰਨ ਕੇ, ਪਹਿਲਾਂ ਕਹਿੰਦੇ ਗੁਰੂ ਦੀ ਆਗਿਆ, ਗੁਰੂ ਨੂੰ ਮਿਲ ਕੇ, ਤੇ ਗੁਰੂ ਨੂੰ ਮਿਲ ਕੇ ਤੇ ਆਗਿਆ ਕਿਹਦੀ ਹੈਗੀ, ਆਰਡਰ ਕਿਹਦਾ ਹੈਗਾ? ਉਸ ਗੋਬਿੰਦ ਦਾ, ਉਸ ਪਰਮਾਤਮਾ ਦਾ ਆਰਡਰ ਹੈਗਾ ਭਾਈ। ਪਰਮਾਤਮਾ ਦਾ ਆਰਡਰ ਹੈ, ਮੈਂ ਤੈਨੂੰ ਵਿਚਾਰਾਂ ਦੇ ਵਿੱਚ ਜਿਹੜਾ ਹੈਗਾ ਆਹ ਪਕੜ ਪਾਈ ਹੋਈ ਹੈ ਤੈਨੂੰ, ਇਹ ਮਾਇਆ ਤੇਰੇ ਵਿਚਾਰਾਂ ਦੇ ਨਾਲ ਤੈਨੂੰ ਫੜਿਆ ਹੋਇਆ ਹੈ, ਆਏ ਦੇ ਨਾਲ ਤੂੰ ਇਹਨੂੰ ਛੁਡਾਉਣਾ ਹੈਗਾ। ਮਾਨ ਗੋਬਿੰਦ ਆਗਿਓ ਰਹਾਓ। ਇੱਥੋਂ ਤਾਂ ਅੱਗੇ ਜਾਣ ਨੂੰ ਦਿਲ ਨਹੀਂ ਕਰ ਰਿਹਾ ਜੀ। ਇਹਦੇ ਵਿੱਚ ਦੇਖੋ ਕਿੰਨਾ ਜ਼ਿਆਦਾ ਜਿਹੜਾ ਹੈਗਾ, ਕਿੰਨਾ ਜ਼ਿਆਦਾ ਰਹੱਸ ਹੈਗਾ। ਪਾਵਨ ਤਿਆਗਿਓ ਰੀ ਤਿਆਗਿਓ, ਤਿਆਗਿਓ ਮੈਂ ਗੁਰ ਮਿਲੇ ਤਿਆਗਿਓ। ਸਰਬ ਸੁਖ ਆਨੰਦ ਮੰਗਲ ਰਸ, ਮਾਨ ਗੋਬਿੰਦ ਆਗਿਓ ਰਹਾਓ। ਮਾਨ ਅਭਿਮਾਨ ਦੋ ਸਮਾਨੇ, ਮਸਤਕ ਢਾਰ ਗੁਰ ਭਾਗਿਓ। ਮਾਨ ਅਭਿਮਾਨ, ਹੁਣ ਇਹ ਮਾਨ ਔਰ ਅਭਿਮਾਨ ਜਿਹੜਾ ਹੈਗਾ, ਮਾਨ ਔਰ ਅਭਿਮਾਨ ਕੀ ਹੈ ਜੀ? ਮਾਨ ਤੇ ਅਭਿਮਾਨ ਕੀ ਹੈਗਾ? ਦੋਨੋਂ ਤਾਂ ਇੱਕੋ ਜਿਹੇ ਲੱਗਦੇ ਆ, ਮਾਨ ਔਰ ਅਭਿਮਾਨ। ਮਾਨ ਅਭਿਮਾਨ ਦੋ ਸਮਾਨੇ, ਮਹਾਰਾਜ ਕਹਿ ਰਹੇ ਦੋ ਆ ਪਾਈਏ, ਇੱਕ ਨਹੀਂ ਹੈਗਾ। ਮਸਤਕ ਢਾਰ ਗੁਰ ਭਾਗਿਓ, ਕਹਿੰਦੇ ਮੱਥਾ ਜਿਹੜਾ, ਤੇਰੀ ਮੱਤ ਜਿਹੜੀ ਹੈ ਗੁਰੂ ਦੇ ਪੈਰਾਂ 'ਤੇ ਪਾ, ਤਾਂ ਜਿਹੜਾ ਹੈਗਾ ਇਹ ਮਾਨ ਅਭਿਮਾਨ ਦੋਨੋਂ ਸਮਾਨੇ ਹੋ ਜਾਣਗੇ। ਮਾਨ ਅਭਿਮਾਨ ਕੀ ਹੈਗਾ ਭਾਈ? ਮਾਨ ਹੈਗਾ ਭਾਈ ਕਿਸੇ ਨੇ ਆਪਾਂ ਨੂੰ ਸਨਮਾਨ ਦੇ ਦਿੱਤਾ, ਕਿਸੇ ਨੇ ਆਪਣਾ ਰਿਸਪੈਕਟ ਕਰ ਦਿੱਤਾ, ਕਿਸੇ ਨੇ ਆਦਰ ਦੇ ਦਿੱਤਾ ਆਪਾਂ ਨੂੰ, ਖੁਸ਼ਾਮਦ ਕਰ ਆਦਰ ਦੇ ਦਿੱਤਾ ਕਿਸੇ ਨੇ ਆਪਾਂ ਨੂੰ। ਅਭਿਮਾਨ ਦਾ ਮਤਲਬ ਹੈਗਾ ਬਈ ਜੇ ਕਿਸੇ ਨੇ ਜਿਹੜਾ ਹੈਗਾ ਆਕੜ ਦਿਖਾ ਦਿੱਤੀ ਆਪਣੇ ਨਾਲ,
ਜੇ ਕਿਤੇ ਕਿਸੇ ਨੇ ਆਪਣੀ ਬੇਇੱਜ਼ਤੀ ਕਰ ਦਿੱਤੀ, ਆਕੜ ਦਿਖਾ ਦਿੱਤੀ, ਕਹਿੰਦੇ ਦੋਨੋਂ ਸਮਾਨ ਹੈਗੇ ਭਾਈ। ਜਿਹੜੇ ਇਸ ਰਸਤੇ ਤੇ ਹੁੰਦੇ ਆ, ਜਿਹੜੇ ਗੁਰਸਿੱਖ ਜਿਹੜੇ ਇਸ ਰਸਤੇ ਦੇ ਪਾਂਧੀ ਹੈਗੇ, ਦੋਨੋਂ ਸਮਾਨ ਹੈਗੇ। ਕੋਈ ਆਦਰ ਦੇ ਦੇ, ਕੋਈ ਨਿਰਾਦਰ ਕਰਦਾ ਹੈ, ਉਹਨਾਂ ਤੇ ਕੋਈ ਫਰਕ ਨਹੀਂ ਹੈ। ਆਇਆ ਪਾਏ ਮਾਨ ਔਰ ਅਭਿਮਾਨ। ਅਭਿਮਾਨ ਦਾ ਕੀ ਮਤਲਬ ਆ ਵੀ ਬਹੁਤ ਜਿਹੜਾ ਉਹਦੇ ਅੰਦਰ ਆਪਣਾ ਹੰਕਾਰ ਹੈਗਾ, ਬਹੁਤ ਹੰਕਾਰ ਹੀ ਨੇ ਕੀ ਕਰਨਾ ਹੈ, ਦੂਸਰੇ ਨੂੰ ਜਿਹੜਾ ਹੈਗਾ, ਦੂਸਰੇ ਦਾ ਜਿਹੜਾ ਹੈਗਾ ਬੇਇੱਜ਼ਤੀ ਕਰਨੀ ਉਹਨੇ, ਦੂਸਰੇ ਨੂੰ ਜਿਹੜਾ ਸਮਝਣਾ ਹੀ ਨਹੀਂ ਕੁਛ। ਕਹਿੰਦੇ ਜਿਹੜੇ ਅਭਿਆਸੀ ਹੁੰਦੇ ਆ, ਜਿਹੜੇ ਸਾਧਨਾ ਕਰਨ ਵਾਲੇ ਹੁੰਦੇ ਆ, ਨਾਮ ਅਭਿਆਸੀ ਹੁੰਦੇ ਆ, ਕਹਿੰਦੇ ਉਹ ਦੋਨਾਂ ਨੂੰ ਇੱਕ ਬਰਾਬਰ ਸਮਝਦੇ ਆ ਭਾਈ। ਮਾਨ ਅਭਿਮਾਨ ਦੋ ਸਮਾਨੇ, ਮਸਤਕ ਡਾਰ ਗੁਰ ਭਾਗਿਓ। ਮਸਤਕ ਜਿਹੜਾ ਹੈਗਾ, ਮਸਤਕ ਹੁਣ ਕੱਟ ਕੇ ਜੇ ਗੁਰੂ ਦੇ ਪੈਰਾਂ ਦੇ ਦਾਂਗੇ ਤੇ ਆਪਾਂ ਕੀ ਕਰਾਂਗੇ ਫਿਰ? ਮਸਤਕ ਮਤਲਬ ਆਪਣੀ ਮੱਤ, ਮਨ ਮੱਤ ਗੁਰੂ ਦੇ ਪੈਰਾਂ ਤੇ ਰੱਖ ਦਿੱਤੀ, ਗੁਰੂ ਦੀ ਮੱਤ ਲੈ ਲਈ, ਰਿਪਲੇਸ ਕਰ ਲਈ। ਆਹ ਗੁਰੂ ਦੀ ਮੱਤ ਹੈਗੀ ਆ। ਕਹਿ ਰਹੇ ਮਾਨ ਅਭਿਮਾਨ ਦੋ ਸਮਾਨੇ। ਆ ਗੁਰੂ ਦੀ ਮੱਤ, ਜੇ ਇਹਨੂੰ ਲੈ ਲਾਂਗੇ ਤੇ ਠੀਕ ਹੈ, ਤਾਂ ਆਪਾਂ ਮਸਤਕ ਡਾਰ ਦਿੱਤਾ, ਨਹੀਂ ਤਾਂ ਨਹੀਂ ਡਾਰਿਆ ਪਾਏ। ਜੇ ਇਹ ਗੱਲ ਮੰਨ ਲਈ ਆਪਾਂ ਨੇ, ਆਪਣੇ ਜੀਵਨ ਦੇ ਉੱਤੇ ਜੇ ਘਟਾਉਣਾ ਸ਼ੁਰੂ ਕੀਤਾ ਇਸ ਨੂੰ, ਤਾਂ ਜਿਹੜੇ ਆਪਾਂ ਨੇ ਗੁਰੂ ਮਿਲੇ, ਤਾਂ ਗੁਰਸਿੱਖ ਹੈਗੇ ਆ। ਨਹੀਂ ਤਾਂ ਜਿਹੜੇ ਹੈਗੇ ਇੱਧਰੋਂ ਕੱਢ, ਇੱਧਰੋਂ ਲਈ ਉੱਧਰੋਂ ਕੱਢ ਦਿੱਤੀ, ਇਹਦੇ ਨਾਲ ਥੋੜ੍ਹੀ ਨਾ ਕੁਛ ਬਣਨਾ ਹੈ। ਮਾਨ ਅਭਿਮਾਨ ਦੋ ਸਮਾਨੇ, ਮਸਤਕ ਡਾਰ ਗੁਰ ਭਾਗਿਓ। ਸੰਪਤ ਹਰਖ ਨਾ ਆਪਦ ਦੁਖਾ, ਰੰਗ ਠਾਕੁਰੇ ਲਾਗਿਓ। ਦੇਖੋ ਕੀ ਹੋ ਗਿਆ ਫਿਰ ਇਸ ਰਸਤੇ ਤੇ ਚੱਲਣ ਦੇ ਨਾਲ। ਸੰਪਤ ਹਰਖ ਕਹਿੰਦੇ ਕੋਈ ਜਿਹੜੀ ਹੈਗੀ ਬੜਾ ਜਿਹੜਾ ਹੈਗਾ ਪ੍ਰਾਪਰਟੀ ਆ ਗਈ, ਬੜੇ ਪੈਸੇ ਆ ਗਏ, ਤੇ ਕਹਿੰਦੇ ਕੋਈ ਖੁਸ਼ੀ ਨਹੀਂ ਉਹਦੇ ਲਈ। ਸੰਪਤ ਦੇ ਨਾਲ ਹਰ ਖੁਸ਼ੀ ਜਿਹੜੀ ਆਉਣੀ, ਬਈ ਬੜਾ ਖੁਸ਼ ਹੋ ਜਾਂਦਾ ਇਨਸਾਨ, ਪਈ ਉਹਨੂੰ ਕੋਈ ਮਿਲ ਜਾਏ, ਕੋਈ ਧਨ ਦੌਲਤ ਮਿਲ ਜਾਏ, ਖੁਸ਼ੀ ਹੋ ਜਾਂਦਾ ਹੈ। ਤੇ ਆਪਦ ਆ ਗਈ, ਮੁਸੀਬਤ ਆ ਗਈ ਤੇ ਦੁਖੀ ਹੋ ਜਾਂਦਾ ਹੈ। ਕਹਿੰਦੇ ਨਾ ਭਾਈ ਨਾ, ਜਿਹੜਾ ਗੁਰਸਿੱਖ ਹੈਗਾ, ਸਾਧਨਾ ਕਰਨ ਵਾਲਾ ਆ, ਭਾਵੇਂ ਧਨ ਦੌਲਤ ਆਵੇ ਤਾਂ ਵੀ ਉਹਨੂੰ ਉਹ ਇੱਕ ਬਰਾਬਰ ਹੀ ਹੈਗਾ, ਨਾ ਫੁੱਲਦਾ ਹੈ। ਜਿਹੜਾ ਜੇ ਦੁੱਖ ਆ ਜਾਏ, ਮਾਲਕ ਉਹ ਪਰਮਾਤਮਾ ਦਾ ਜਿਹੜਾ ਹੈਗਾ ਹੁਕਮ ਮੰਨਦਾ ਹੈ, ਮਾਲਕ ਪਰਮਾਤਮਾ ਦਾ ਭਾਣਾ ਮੰਨਦਾ ਹੈ। ਰੰਗ ਠਾਕੁਰੇ ਲਾਗੇ, ਉਹਨੂੰ ਤਾਂ ਰੰਗ ਠਾਕੁਰ ਦਾ ਲੱਗਿਆ ਹੁੰਦਾ ਭਾਈ। ਇਸ ਤਰ੍ਹਾਂ ਸੰਪਤ ਹਰਖ ਨਾ ਆਪਤ ਦੁਖਾ, ਰੰਗ ਠਾਕੁਰੇ ਲਾਗਿਓ। ਬਾਸ ਬਾਸਰੀ ਇੱਕ ਹੈ ਸੁਆਮੀ, ਉਦਿਆਨ ਦ੍ਰਿਸ਼ਟਾਗਿਓ। ਬਾਸ ਕਹਿੰਦੇ ਬਸੋਂ, ਜਿਹੜੇ ਪਿੰਡ ਸ਼ਹਿਰ ਜੋ ਵੀ ਜਿੱਥੇ ਵੀ ਬਸਤੀ ਹੈਗੀ, ਜਿੱਥੇ ਰਹਿੰਦੇ ਆ। ਬਾਸਰੀ ਮਤਲਬ ਜਿਹੜੇ ਰਹਿਣ ਵਾਲੇ। ਕਹਿੰਦੇ ਬਾਸਰੀ ਇਹ ਸਥਾਨ ਜਿਹੜਾ ਹੈਗਾ, ਜਿੱਥੇ ਵੀ ਆਪਾਂ ਨੇ ਜਿੱਥੇ ਆਪਣਾ ਜੀਵਨ ਜਾਪਨ ਕਰਨਾ ਹੈਗਾ, ਉਹ ਤੇ ਜਿਹੜੇ ਜੀਵ ਹੈਗੇ ਔਰ ਜਿਹੜਾ ਬਾਹਰ ਜਿਹੜੇ ਪਦਾਰਥ ਹੈਗੇ ਸਾਰੇ, ਕਹਿੰਦੇ ਉਹ ਸਾਰਾ ਦਾ ਸਾਰਾ ਉਹਦਾ ਮਾਲਕ ਇੱਕੋ ਹੀ ਹੈਗਾ ਭਾਈ। ਜਿੱਥੇ ਆਪਾਂ ਹੁਣ ਕਰਮ ਭੂਮੀ ਦੇ ਵਿੱਚ ਆਏ, ਕਰਮ ਭੂਮੀ ਤੇ ਆਪਾਂ ਉਸੇ ਮਾਲਕ ਦੀ ਪ੍ਰੋਡਕਟ ਹੈਗੇ ਆ। ਬਾਸ ਬਾਸਰੀ ਇੱਕ ਹੈ ਸੁਆਮੀ। ਬਾਸ ਮਤਲਬ ਕਰਮ ਭੂਮੀ, ਬਾਸਰੀ ਮਤਲਬ ਆਪਾਂ। ਬਾਸ ਬਾਸਰੀ ਆਪਾਂ ਕੀ ਸਾਰੇ ਜੀਵ ਜਿੰਨੇ ਵੀ ਹੈਗੇ ਔਰ ਸਾਰੀ ਸ੍ਰਿਸ਼ਟੀ ਦੇ ਵਿੱਚ। ਬਾਸ ਬਾਸਰੀ ਇੱਕ ਹੈ ਸੁਆਮੀ, ਉਦਿਆਨ ਦ੍ਰਿਸ਼ਟਾਗਿਓ। ਕਹਿੰਦੇ ਉਦਿਆਨ ਦੇ ਵਿੱਚ ਵੀ, ਬਸੋਂ ਦੇ ਵਿੱਚ ਵੀ ਬਾਸ ਬਾਸਰੀ, ਤੇ ਉਦਿਆਨ ਜਿੱਥੇ ਕੋਈ ਰਹਿੰਦਾ ਹੀ ਨਹੀਂ ਹੈ, ਕਹਿੰਦੇ ਸਾਰਾ ਜਿਹੜਾ ਹੈਗਾ ਉਹਦੇ ਵਿੱਚ ਉਹ ਮਾਲਕ ਪਰਮਾਤਮਾ ਹੀ ਦ੍ਰਿਸ਼ਟੀ ਆਉਂਦਾ ਹੈ, ਉਹੀ ਹੈ ਸਾਰਾ। ਹਰ ਪਾਸੇ ਮਾਲਕ ਨਜ਼ਰ ਆਉਂਦਾ ਹੈ ਭਾਈ। ਫਿਰ ਨਿਰਭਉ ਪਏ ਸੰਤ ਪ੍ਰਮ ਡਾਰਿਓ, ਪੂਰਨ ਸਰਭਾਗਿਓ। ਨਿਰਭਉ ਹੋ ਗਏ ਭਾਈ, ਸੰਤ ਭ੍ਰਮ ਡਾਰਿਓ। ਸੰਤ ਬ੍ਰਹਮ ਗਿਆਨੀ ਜਿਹੜੇ ਗੁਰੂ, ਉਹਨਾਂ ਨੇ ਕੀ ਕਰਤਾ? ਇਹ ਭਰਮ, ਮਾਇਆ, ਧੋਖਾ ਜਿਹੜਾ ਆਪਾਂ ਨੂੰ ਨਜ਼ਰ ਆਉਂਦਾ ਹੈ, ਆ ਫਲਾਨਾ ਤੇ ਆ ਟਿਮਕਾ, ਆ ਦੂਸਰਾ ਤੀਸਰਾ, ਚਾਰੋਂ ਪਾਸੇ ਜਿਹੜਾ ਹੈਗਾ ਆਪਾਂ ਨੂੰ ਹੋਰ ਜਿਹੜੇ ਹੈਗੇ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ, ਪਰ ਉਹਨਾਂ ਦੇ ਪਿੱਛੇ ਜਿਹੜਾ ਹੈਗਾ ਉਹ ਮਾਲਕ ਨਹੀਂ ਨਜ਼ਰ ਆਉਂਦਾ। ਇਹ ਕਠਪੁਤਲੀਆਂ ਨਜ਼ਰ ਆਉਂਦੀਆਂ, ਇਹੀ ਸਾਰਾ ਕੁਝ ਸੱਚ ਸਮਝਦੇ ਹਾਂ ਆਪਾਂ ਸਾਰਾ ਇਹਨੂੰ। ਇਹਦੇ ਪਿੱਛੇ ਜਿਹੜੀ ਹੈਗੀ ਹੈ ਐਕਚੁਅਲ ਪਾਵਰ,
ਕਿਉਂਕਿ ਇਹ ਜਿਹੜੀ ਸਾਇੰਸ ਜਿਹੜੀ ਹੈਗੀ, ਦੇਖੋ ਸਾਇੰਸ ਦੇ ਨਾਲ ਦੇਖ ਲਓ ਜਿੰਨਾ ਵੀ ਮੈਟਰ ਹੈਗਾ, ਇਹ ਮਿੱਟੀ ਪੱਥਰ ਜੋ ਕੁਛ ਵੀ ਹੈਗੇ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ, ਇਹ ਜਿਹੜੇ ਹੈਗੇ ਐਟਮ ਹੈਗੇ ਆ। ਔਰ ਐਟਮ ਦੇ ਅੰਦਰ ਜਿਹੜਾ ਹੈਗਾ ਉਹੀ ਜਿਹੜਾ ਹੈਗਾ, ਫਿਰ ਉਹਦੇ ਅੰਦਰ ਜਿਹੜੇ ਹੈਗੇ ਇਲੈਕਟ੍ਰੋਨ, ਪ੍ਰੋਟੋਨ ਆ, ਨਿਊਟਰੋਨਸ ਹੈਗੇ ਆ। ਉਹੀ ਜਿਹੜਾ ਸੇਮ ਜਿਹੜਾ ਹੈਗਾ ਔਰ ਐਲੀਮੈਂਟਸ ਜਿਹੜੇ ਹੈਗੇ ਉਹ 2n² ਦੇ ਫਾਰਮੂਲੇ ਦੇ ਨਾਲ ਜਿਹੜੇ ਆਰਬਿਟਸ ਦੇ ਵਿੱਚ ਮੂਵਮੈਂਟ ਹੁੰਦੀ ਹੈ ਉਹਨਾਂ ਦੀ। n ਜਿਹੜਾ ਆਰਬਿਟ ਹੈਗਾ, ਤੇ ਨਿਰਭਉ ਪਏ ਸੰਤ ਭ੍ਰਮ ਡਾਰਿਓ। ਇਸ ਪਰ ਇਹ ਭਰਮ ਜਿਹੜਾ ਹੈਗਾ, ਇਹ ਆਪਾਂ ਤਾਂ ਬਿਲਕੁਲ ਸੱਚ ਮੰਨਦੇ ਹਾਂ, ਹਰ ਇੱਕ ਚੀਜ਼ ਨੂੰ ਡਿਫਰੈਂਟ ਆਪਾਂ ਸਮਝਦੇ ਹਾਂ। ਇਹ ਤਾਂ ਜਿਹੜਾ ਹੈਗਾ, ਇਹ ਤਾਂ ਇਹੀ ਸਾਰਾ ਕੁਛ ਹੈਗਾ। ਔਰ ਉਹ ਜਿਹੜਾ ਹੈਗਾ ਸਾਰਾ ਦਾ ਸਾਰਾ ਦੇਖੋ ਸ਼ਕਤੀ ਹੈਗੀ ਮਾਲਕ ਪਰਮਾਤਮਾ ਦੀ, ਉਹਦੇ ਵਿੱਚ ਵੀ ਮੂਵਮੈਂਟ ਹੋ ਰਹੀ ਹੈ, ਇਲੈਕਟ੍ਰੋਨਸ ਮੂਵ ਕਰ ਰਹੇ, ਪੋਜ਼ੀਟਿਵ ਨੈਗੇਟਿਵ ਚਾਰਜ। ਐਸਾ ਕਮਾਲ ਮਾਲਕ ਨੇ ਆਪਣੀ ਸ਼ਕਤੀ ਦੇ ਨਾਲ ਪੈਦਾ ਕੀਤਾ ਹੋਇਆ। ਔਰ ਸਾਰਾ ਖਤਮ ਹੋ ਜਾਏਗਾ ਤੇ ਸ਼ਕਤੀ ਰਹਿ ਜਾਏਗੀ ਮਾਲਕ ਪਰਮਾਤਮਾ ਦੀ। ਕੈਸਾ ਦੇਖੋ ਕਿਆ ਹੈ ਮਾਲਕ ਪਰਮਾਤਮਾ। ਸੋਚ ਕੇ ਜਿਹੜਾ ਨਾ ਇੱਕਦਮ ਜਿਹੜਾ ਹੈਗਾ ਸੋਚ ਹੀ ਚੁੱਪ ਹੋ ਜਾਂਦੀ ਹੈ, ਉਸ ਤੋਂ ਅੱਗੇ ਸੋਚਣ ਦੀ ਰਹਿੰਦੀ ਹੀ ਨਹੀਂ ਹੈਗੀ ਵੀ ਇੰਨਾ ਮੈਟਰ ਕਿੱਥੋਂ ਲਿਆਇਆ ਮਾਲਕ ਪਰਮਾਤਮਾ, ਇੰਨੀ ਪਾਵਰ, ਇੰਨੀ ਸ਼ਕਤੀ। ਨਿਰਭਉ ਪਏ ਸੰਤ ਭ੍ਰਮ ਡਾਰਿਓ, ਪੂਰਨ ਸਰਭਾਗਿਓ। ਇਸ ਤਰੀਕੇ ਦੇ ਨਾਲ ਪਾਏ ਬ੍ਰਹਮ ਗਿਆਨ ਜਿਹੜਾ ਹੈਗਾ, ਮੈਂ ਅਭਿਆਸੀ ਨੂੰ ਨਿਰਭਉ ਕਰ ਦਿੰਦੇ। ਮਾਇਆ ਤੋਂ ਪੈ ਰਹੇ ਤਾਂ ਉਹਨਾਂ ਨੂੰ ਕਾਹਦਾ ਪੈ ਹੈਗਾ, ਸਾਰਾ ਦਾ ਸਾਰਾ ਮਾਲਕ ਪਰਮਾਤਮਾ ਹੈਗਾ, ਉਹਦੇ ਵਿੱਚ ਤਾਂ ਸਾਰੀ ਖੇਡ ਹੋ ਰਹੀ ਹੈ। ਪੂਰਨ ਰੂਪ 'ਚ ਸਾਰੀ ਜਗ੍ਹਾ ਪੂਰਨ ਰੂਪ 'ਚ ਰਮਿਆ ਹੋਇਆ ਮਾਲਕ ਪਰਮਾਤਮਾ ਸਾਰੇ ਪਾਸੇ। ਜੋ ਕਿਛ ਕਰਤੇ ਕਾਰਨ ਕੀਨੋ, ਮਨ ਬੁਰੋ ਨਾ ਲਾਗਿਓ। ਦੇਖ ਲਓ ਫਿਰ ਜਿਹੜੇ ਹੈਗੇ ਕਹਿੰਦੇ ਜੋ ਕੁਛ ਵੀ ਮਾਲਕ ਨੇ ਕਾਰਨ ਕੀਤਾ ਹੋਇਆ ਹੈ, ਜੋ ਕੁਛ ਕਰਤਾ ਹੈ ਕਰਤੇ ਨੇ ਕਾਰਨ ਕੀਨੋ। ਜੋ ਇਹ ਸ੍ਰਿਸ਼ਟੀ ਬਣਾਈ ਆ, ਆਪਾਂ ਨੂੰ ਬਣਾਇਆ, ਆਪਾਂ ਨੂੰ ਭੇਜਿਆ, ਇਹਦੇ ਵਿੱਚ ਆਪਣੀ ਕੋਈ ਚੋਇਸ ਨਹੀਂ ਹੈ, ਆਪਾਂ ਨੂੰ ਭੇਜਿਆ ਹੈ ਮਾਲਕ ਪਰਮਾਤਮਾ ਨੇ। ਆਪਾਂ ਨੂੰ ਜਿਹੜਾ ਹੈਗਾ ਜਿਸ ਤਰ੍ਹਾਂ ਮਾਲਕ ਚਾਹੁੰਦਾ ਉਸ ਤਰ੍ਹਾਂ ਮੂਵਮੈਂਟ ਕਰਨੀ ਪਏਗੀ। ਜੋ ਸਲੋਟ ਉਹਨੇ ਦਿੱਤੇ ਆ, ਜਿਹੜੇ ਆ ਲਿਵ ਔਰ ਤਾਤ, ਮਾਇਆ, ਮੈਟਰ, ਔਰ ਜਿਹੜਾ ਹੈਗਾ ਪਰਮਾਤਮਾ ਵੱਲ ਦੀ ਇੰਟਰਨਲ ਜਰਨੀ, ਔਰ ਐਕਸਟਰਨਲ ਔਰ ਇੰਟਰਨਲ ਕਿਹੜੀ ਮਰਜ਼ੀ ਜਰਨੀ ਕਰ ਸਕਦੇ ਹਾਂ ਆਪਾਂ। ਜੋ ਕੁਝ ਕਰਤੇ ਕਾਰਨ ਕੀਨੋ, ਕਹਿੰਦੇ ਮੈਨੂੰ ਬੁਰਾ ਨਹੀਂ ਲੱਗਦਾ ਭਾਈ, ਮਨੇ ਬੁਰੋ ਨਾ ਲਾਗਿਓ। ਸਾਧ ਸੰਗਤ ਪ੍ਰਸਾਦ ਸੰਤਨ ਕੈ, ਸੋਇਓ ਮਨ ਜਾਗਿਓ। ਸਾਧ ਸੰਗਤ ਦੇ ਵਿੱਚ ਔਰ ਸਾਧੂਆਂ ਦੇ ਪ੍ਰਸਾਦ ਦੇ ਨਾਲ, ਕਿਰਪਾ ਦੇ ਨਾਲ, ਉਹਨਾਂ ਦੇ ਬ੍ਰਹਮ ਗਿਆਨ ਦੇ ਨਾਲ, ਉਹਨਾਂ ਦੇ ਕਹੇ ਦੇ ਅਨੁਸਾਰ ਮੂਵਮੈਂਟ ਕਰਨ ਦੇ ਨਾਲ ਸੁੱਤਾ ਹੋਇਆ ਮਨ, ਜਨਮਾਂ ਦਾ ਮਾਇਆ 'ਚ ਸੁੱਤਾ ਹੋਇਆ ਮਨ ਜਾਗ ਗਿਆ। ਕਹਿੰਦੇ ਪਤਾ ਲੱਗ ਗਿਆ ਮਨ ਨੂੰ, ਭਗਤੀ ਕਰਨ ਵਾਸਤੇ ਤਤਪਰ ਹੋ ਗਿਆ। ਜਨ ਨਾਨਕ ਓੜ ਤੁਹਾਰੀ ਪਰਿਓ, ਆਇਓ ਸਰਣਾਗਿਓ। ਕਹਿੰਦੇ ਦੇਖ ਲਓ ਫਿਰ ਜਿਹੜਾ ਹੈਗਾ, ਕਹਿੰਦੇ ਮਾਲਕਾ ਤੇਰੀ ਓੜ ਮਤਲਬ ਤੇਰਾ ਆਸਰਾ ਲੈ ਲਿਆ। ਓੜ ਕੀ ਹੁੰਦਾ? ਆਸਰਾ। ਜਨ ਨਾਨਕ ਓੜ ਤੁਹਾਰੀ ਪਰਿਓ, ਤੇਰੇ ਆਸਰੇ ਤੇ ਆ ਗਿਆ। ਅਭਿਆਸੀ ਮਾਲਕ ਦੇ ਆਸਰੇ ਤੇ ਆ ਗਿਆ। ਮਾਲਕ ਆਹੀ ਤਾਂ ਚਾਹੁੰਦਾ ਹੈ, ਕਹਿੰਦਾ ਤੂੰ ਸਟੀਅਰਿੰਗ ਜਿਹੜਾ ਹੈਗਾ ਮੈਨੂੰ ਦੇ ਬਸ, ਤੇ ਤੂੰ ਗੁਰੂ ਦੇ ਅਨੁਸਾਰ, ਗੁਰੂ ਦੀ ਮੱਤ ਦੇ ਅਨੁਸਾਰ ਚਲਾ, ਦੇਖ ਤੂੰ ਮੇਰੇ ਕੋਲ ਆ ਜਾਏਗਾ। ਜਨ ਨਾਨਕ ਓੜ ਤੁਹਾਰੀ ਪਰਿਓ, ਆਇਓ ਸਰਣਾਗਿਓ। ਕਹਿੰਦੇ ਮੈਂ ਸ਼ਰਨ 'ਚ ਆ ਗਿਆ। ਫਿਰ ਕੀ ਹੋਇਆ? ਨਾਮ ਰੰਗ ਸਹਿਜ ਰਸ ਮਾਣੇ, ਲਓ ਅੰਮ੍ਰਿਤ ਰਸ ਆ ਗਿਆ, ਉਹ ਸਰੋਵਰ ਖੁੱਲ ਗਿਆ। ਨਾਮ ਰੰਗ, ਨਾਮ ਦਾ ਰੰਗ ਚੜ ਗਿਆ, ਸਹਿਜ ਅਵਸਥਾ ਆ ਗਈ, ਰਸ ਆ ਗਿਆ। ਨਾਮ ਰੰਗ ਸਹਿਜ ਰਸ ਮਾਣੇ, ਫਿਰ ਦੁੱਖ ਨਾ ਲਾਗਿਓ। ਫਿਰ ਕਹਿੰਦੇ ਆ ਕੋਈ ਦੁੱਖ, ਕੋਈ ਮਾਇਆ ਜਿਹੜੀ ਹੈਗੀ ਆ, ਮਾਇਆ ਗੁਲਾਮ ਆ, ਮਾਇਆ ਤਾਂ ਹੱਥ ਜੋੜਦੀ ਆ ਭਾਈ। ਤੀਸਰਾ ਲੜੀ ਦਾ ਮੋਤੀ, ਗੌੜੀ ਮਾਲਾ, ਮਹੱਲਾ ਪੰਜਵਾਂ। ਪਾਇਆ ਲਾਲ ਰਤਨ ਮਨੇ ਪਾਇਆ। ਦੇਖ ਲਓ ਫਿਰ ਮਨ ਨੇ ਪਾਇਆ, ਕਹਿੰਦੇ ਮਨ ਦੇ ਵਿੱਚ ਪਾਇਆ ਲਾਲ ਰਤਨ। ਪਾਇਆ ਲਾ ਅੰਮ੍ਰਿਤ, ਨਾ ਉਹ ਪਦਾਰਥ, ਨਾਮ ਪਦਾਰਥ, ਅੰਮ੍ਰਿਤ ਰਸ। ਪਾਇਆ ਲਾਲ ਰਤਨ ਮਨੇ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦੇ ਸਮਾਇਆ ਰਹਾ। ਕਹਿੰਦੇ ਤਨ ਵੀ ਸੀਤਲ ਹੋ ਗਿਆ, ਮਨ ਵੀ ਸੀਤਲ ਹੋ ਗਿਆ,
ਦੇਖ ਲਓ ਭਾਈ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਪੂਰੀਆਂ ਜਿਹੜੀਆਂ ਬਾਹਰ ਜਾ ਰਹੀਆਂ ਸੀਗੀਆਂ, ਇੱਕਦਮ ਜਿਹੜੀਆਂ ਹੈਗੀਆਂ ਪ੍ਰੈਜ਼ੈਂਟ ਦੇ ਵਿੱਚ ਆ ਗਈਆਂ। ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦੇ ਸਮਾਇਆ। ਗੁਰੂ ਦੇ ਸ਼ਬਦ ਦੇ ਵਿੱਚ ਜਿਹੜਾ ਅੰਦਰ ਪ੍ਰਗਟ ਹੋ ਗਿਆ, ਉਹਦੇ ਵਿੱਚ ਹੀ ਸਮਾ ਗਿਆ। ਉਹ ਸੁਰਤ ਆਤਮਾ ਦੇ ਵਿੱਚ ਲੀਨ ਹੋ ਗਈ। ਰਹਾਓ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਬਿਸਾਰੀ। ਕਹਿੰਦੇ ਸਾਰੀ ਦੀ ਸਾਰੀ ਭੁੱਖ, ਜਨਮਾਂ ਜਨਮਾਂ ਦੀ ਭੁੱਖ ਸੀਗੀ, ਤ੍ਰਿਸ਼ਨਾ ਸੀਗੀ ਬਾਹਰ ਪਦਾਰਥਾਂ ਦੇ ਵਿੱਚ, ਔਰ ਉਹਦੇ ਰੱਜ ਆ ਹੀ ਨਹੀਂ ਰਿਹਾ ਸੀਗਾ। ਸਾਰੀ ਦੀ ਸਾਰੀ ਤ੍ਰਿਸ਼ਨਾ ਤੇ ਭੁੱਖ ਲੈ ਗਈ। ਸਾਰੀ ਚਿੰਤਾ ਜਿਹੜੀ ਹੈਗੀ ਸਾਰੀ ਵਿਸਰ ਗਈ। ਕੋਈ ਵਿਚਾਰ ਨਹੀਂ ਆਉਂਦਾ ਹੁਣ ਜਿਹੜਾ ਹੈਗਾ ਪਟਲ ਦੇ ਉੱਤੇ, ਚਿੱਤ ਦੇ ਉੱਤੇ। ਸੁਰਤ ਟਿਕ ਗਈ ਜਾ ਕੇ ਆਤਮਾ ਦੇ ਵਿੱਚ। ਕਰ ਮਸਤਕੇ ਗੁਰਪੂਰ ਹੈ ਧਰਿਓ, ਮਨ ਜੀਤੋ ਜਗ ਸਾਰੀ। ਵਾਹ, ਦੇਖ ਲਓ ਹੋਇਆ ਕਿਵੇਂ। ਬਸ ਕਹਿੰਦੇ ਗੁਰੂ ਨੇ ਮੇਰੇ ਮੱਥੇ ਤੇ ਹੱਥ ਰੱਖ ਦਿੱਤਾ। ਹੁਣ ਗੁਰੂ ਜਿਹੜਾ ਹੈਗਾ, ਹੁਣ ਦੇਖ ਲਓ ਭਾਈ, ਆ ਗੁਰੂ ਦੀ ਮੱਤ ਲੈ ਰਹੇ ਆ, ਮੱਥੇ ਤੇ ਕਿਵੇਂ ਗੁਰੂ ਨੇ ਹੱਥ ਰੱਖਣਾ ਹੈ ਉਹ ਤਾਂ ਆਪਾਂ ਦੇਖ ਲਿਆ। ਆਪ ਕਰ ਮਸਤਕੇ ਗੁਰਪੂਰ ਹੈ ਧਰਿਓ, ਆ ਪੂਰਾ ਗੁਰੂ ਹੈਗਾ, ਇਹਨੇ ਮੱਥੇ ਤੇ ਹੱਥ ਰੱਖਣਾ ਹੈ। ਆ ਗੁਰੂ ਦੀ ਮੱਤ ਚਲੇ ਗਈ ਮੱਥੇ ਦੇ ਵਿੱਚ, ਆਪਾਂ ਸ਼ਿਫਟ ਹੋ ਗਏ, ਆਪਣੇ ਆਪ ਨੂੰ ਜਿਹੜਾ ਗੁਰੂ ਦੇ ਅਨੁਸਾਰ ਚਲਾਉਣਾ ਸ਼ੁਰੂ ਕਰਤਾ, ਤੇ ਸਮਝ ਲਓ ਘਰ ਆ ਗਿਆ ਗੁਰੂ ਦਾ। ਕਰ ਮਸਤਕੇ ਗੁਰਪੂਰ ਹੈ ਧਰਿਓ, ਮੱਥੇ ਤੇ ਮਨ ਜੀਤੋ ਜਗ ਸਾਰੀ। ਕਹਿੰਦੇ ਮਨ ਜਿੱਤ ਲਿਆ ਤੇ ਸਾਰਾ ਸੰਸਾਰ ਹੀ ਜਿੱਤਿਆ ਗਿਆ। ਕਹਿੰਦੇ ਸਾਰਾ ਸੰਸਾਰ ਜਿੱਤਿਆ ਗਿਆ। ਮਨ ਜੀਤੇ ਜਗ ਜੀਤ। ਤ੍ਰਿਪਤ ਅਗਾਏ ਰਹੇ ਹਿਰਦੇ ਅੰਤਰ, ਡੋਲਨ ਤੇ ਅਬ ਚੂਕੇ। ਦੇਖ ਲਓ ਹੁਣ ਇੱਥੇ ਤ੍ਰਿਪਤੀ ਆ ਗਈ ਭਾਈ, ਜਦ ਜਿਹੜਾ ਹੈਗਾ ਰਸ ਆ ਗਿਆ, ਅੰਮ੍ਰਿਤ ਰਸ ਆ ਗਿਆ, ਔਰ ਰੱਜ ਗਿਆ, ਅਗਾ ਗਏ। ਤ੍ਰਿਪਤ ਅਗਾਏ ਰਹੇ ਹਿਰਦੇ ਅੰਤਰ, ਆਪਣੇ ਅੰਦਰ ਹੀ ਹਿਰਦੇ 'ਚ ਹੀ ਟਿਕ ਗਏ। ਡੋਲਨ ਤੇ ਅਬ ਚੁੱਕੇ। ਹੁਣ ਮਾਇਆ ਜਿਹੜੀ ਹੈ ਡੋਲਣੀ, ਜਿਹੜੀ ਡੁਲਾਉਂਦੀ ਸੀਗੀ, ਜਿਹੜੇ ਵਿਚਾਰ ਜਿਹੜੇ ਹੈਗੇ ਘੁਮਾਉਂਦੀ ਸੀ ਇੱਧਰ ਉੱਧਰ 24 ਘੰਟੇ। ਔਰ ਦੇਖ ਲਓ ਐਸੀ ਵਿਡੰਬਨਾ ਹੈਗੀ ਆ, ਆਪਾਂ 24 ਘੰਟੇ ਵਿਚਾਰ ਲੈਂਦੇ ਹਾਂ, ਔਰ ਜਿਹੜਾ ਹੈਗਾ ਉਹਨਾਂ ਦਾ ਫਾਇਦਾ ਕੁਛ ਵੀ ਨਹੀਂ ਹੁੰਦਾ। ਸਿਰਫ ਸਮਾਂ ਜਿਹੜਾ ਹੈਗਾ ਆਪਾਂ ਗਵਾ ਦਿੰਦੇ ਹਾਂ, ਆਪਣੇ ਸਵਾਸ ਗਵਾ ਦਿੰਦੇ ਹਾਂ। ਆਪਾਂ ਸਵਾਸਾਂ ਦੀ ਡੋਰ ਘੱਟ ਜਾਂਦੀ ਹੈ ਭਾਈ, ਔਰ ਵਿਚਾਰਾਂ ਦੇ ਨਾਲ ਫਾਇਦਾ ਕੁਛ ਨਹੀਂ ਹੁੰਦਾ, ਔਰ ਵਿਚਾਰ ਲੈਣੋਂ ਮਨ ਹਟਦਾ ਨਹੀਂ ਹੈ। ਤ੍ਰਿਪਤ ਅਗਾਏ ਰਹੇ ਹਿਰਦੇ ਅੰਤਰ, ਡੋਲਨ ਤੇ ਅਬ ਚੁੱਕੇ। ਕਹਿੰਦੇ ਹੁਣ ਨਹੀਂ ਡੁਲਾ ਸਕਦਾ ਭਾਈ, ਹੁਣ ਨਹੀਂ ਵਿਚਾਰ ਆ ਸਕਦੇ। ਅਖੁੱਟ ਖਜ਼ਾਨਾ ਜਿਹੜਾ ਆਪਣਾ ਅਵਚੇਤਨ ਮਾਈਂਡ ਹੈਗਾ, ਪੂਰੀ ਸਲੇਟ ਸਾਫ਼ ਹੋ ਜਾਂਦੀ ਹੈ। ਇਹ ਨਹੀਂ ਕਿ ਉੱਥੋਂ ਸਾਰੇ ਮਿਟ ਜਾਂਦੇ ਆ, ਪਰ ਇਹ ਹੈਗਾ ਵੀ ਉੱਥੋਂ ਵਿਚਾਰ ਹੁਣ ਜਿਹੜੇ ਆਪਣੇ ਆਪ ਆਟੋਮੈਟਿਕਲੀ ਆ ਰਹੇ ਆ, ਬਗੈਰ ਸੋਚੇ। ਆਪਾਂ ਆਪਣੇ ਅੰਦਰ ਆਪਾਂ ਨੂੰ ਕੋਈ ਪਤਾ ਨਹੀਂ ਹੈ ਵੀ ਹੁਣ ਆਪਾਂ ਕੀ ਵਿਚਾਰ ਲੈ ਰਹੇ ਹਾਂ, ਔਰ ਨੈਕਸਟ ਵਿਚਾਰ ਜਿਹੜਾ ਹੈਗਾ ਕਿੰਨਾ ਚੰਗਾ ਆਊਗਾ ਕਿ ਗੰਦਾ ਆਊਗਾ, ਕਿਹੋ ਜਿਹਾ ਆਊਗਾ, ਔਰ ਕਿੱਥੇ ਆਊਗਾ। ਕਿਤੇ ਮਰਜੀ ਬੈਠੇ ਹੋਏ, ਕਿਸੇ ਮਰਜੀ ਸਤਸੰਗ 'ਚ ਕਿਤੇ ਮਰਜੀ ਬੈਠੋ, ਵਿਚਾਰ ਕਿਹੜਾ ਆਉਣਾ ਹੈ ਤੁਹਾਨੂੰ, ਮੰਦੇ ਤੋਂ ਮੰਦਾ ਵਿਚਾਰ ਆ ਸਕਦਾ। ਆਪਣੇ ਇਹ ਵਿਚਾਰ ਜਿਹੜਾ ਹੈ, ਕਾਲ ਜਿਹੜਾ ਹੈਗਾ, ਮਾਇਆ ਜਿਹੜੀ ਹੈਗੀ ਆ, ਉਹਦੇ ਹੱਥ ਦੇ ਵਿੱਚ ਹੈ। ਮਾਲਕ ਨੇ ਸਿਸਟਮ ਲਗਾਇਆ ਹੋਇਆ, ਉੱਥੋਂ ਆਉਣੇ ਆ ਵਿਚਾਰ। ਜਦ ਤੱਕ ਇਹ ਧਿਆਨ ਸਿਮਰਨ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਇਹਨੂੰ ਡਿਲੀਟ ਨਹੀਂ ਕਰਦੇ ਹਾਰਡ ਡਰਾਈਵ ਨੂੰ, ਤਦ ਤੱਕ ਇਸ ਤਰ੍ਹਾਂ ਹੀ ਰਹਿਣੇ ਆ ਭਾਈ। ਔਰ ਫਿਰ ਜਿਹੜਾ ਹੈਗਾ ਆਪਾਂ ਪਿਛਲਾ ਜਿਹੜਾ ਹੈਗਾ ਅਵਚੇਤਨ ਮਾਈਂਡ, ਉੱਥੋਂ ਕੋਈ ਵਿਚਾਰ ਨਹੀਂ ਆਏਗਾ। ਹਾਂ, ਇਹ ਨਹੀਂ ਕਿ ਆਪਣੀ ਪੂਰਾ ਮੈਮੋਰੀ ਡਿਲੀਟ ਹੋ ਗਈ। ਆਪਾਂ ਕੁਛ ਸੋਚਣਾ ਸੋਚ ਸਕਦੇ, ਸੋਚ ਕੇ ਵਾਪਸ ਉੱਥੇ ਹੀ ਆ ਜਾਵਾਂਗੇ। ਆਪਣੇ ਜਿਹੜੇ ਹੈਗੇ ਵਿਚਾਰ ਆਪਣੇ ਕੰਟਰੋਲ ਦੇ ਵਿੱਚ ਹੋਣਗੇ, ਔਰ ਅਭਿਆਸੀ ਜਿਹੜਾ ਹੈਗਾ ਪ੍ਰੈਜ਼ੈਂਟ ਦੇ ਵਿੱਚ ਰਹੇਗਾ। ਤ੍ਰਿਪਤ ਅਗਾਏ ਰਹੇ ਹਿਰਦੇ ਅੰਤਰ, ਡੋਲਨ ਤੇ ਅਬ ਚੂਕੇ। ਅਖੁੱਟ ਖਜ਼ਾਨਾ ਸਤਿਗੁਰੇ ਦੀਆ, ਟੋਟ ਨਹੀਂ ਰੇ ਮੂਕੇ। ਕਹਿੰਦੇ ਐਸਾ ਖਜ਼ਾਨਾ ਦੇ ਦਿੱਤਾ ਮੇਰੇ ਸਤਿਗੁਰੂ ਨੇ, ਐਸਾ ਖਜ਼ਾਨਾ ਨਾਮ ਧਨ ਦਾ, ਅੰਮ੍ਰਿਤ ਰਸ ਦਾ। ਕਹਿੰਦੇ ਇਹ ਤਾਂ ਹੁਣ ਟੁੱਟਦਾ ਹੀ ਨਹੀਂ ਹੈ, ਇਹ ਤਾਂ ਮੁੱਕਦਾ ਹੀ ਨਹੀਂ ਹੈਗਾ, ਇਹਦੇ 'ਚ ਕਮੀ ਹੀ ਨਹੀਂ ਆਉਂਦੀ, ਘਟਦਾ ਹੀ ਨਹੀਂ ਹੈਗਾ। ਜਿੰਨਾ ਵੰਡੋ ਓਨਾ ਵਧੂਗਾ, ਜਿੰਨਾ ਵੰਡੋ ਓਨਾ ਵਧੂਗਾ। ਔਰ ਖੁਸ਼ਬੂ ਆਏਗੀ ਆਪਣੇ ਅੰਦਰ ਖੁਸ਼ਬੂ ਆਏਗੀ। ਆਪਾਂ ਨੂੰ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ, ਆਪਣੇ ਆਟੋਮੈਟਿਕਲੀ ਜਿਹੜਾ ਹੈਗਾ, ਆਪਣੇ ਆਪ ਜਿਹੜਾ ਹੈਗਾ ਜਿਹਨੇ ਲੈਣਾ ਲੈ ਲਏਗਾ।
तृप्त घाये रहे हृदय अंतर, डोलन ते अब चूके, अखुट खजाना सतगुरे दिया, तोट नहीं रे मूके। आचार्य एक सुनो रे पाई, गुरे ऐसी बूझ बुझाई। देखो फिर आ चीज़ हो गई। हुण देखो लास्ट देखो टारगेट अचीव हो रहा है। आचार्य कहते मैं तो ये आश्चर्य कहते कि बई बयान नहीं किया जा सकता। ऐसा आश्चर्यजनक गल हो गई जिन्होंने मैं डिफाइन नहीं कर सकता। आचार्य एक सुनो रे पाई, कहते संगियो साथ संगियो सुन लो, ਜਿਹੜੀ बूंद सागर च जाती है ਉਹਦੀ गल हो रही है। ਹੁਣ आचार्य एक सुनो रे पाई, गुरे ऐसी बूझ बुझाई। गुरु ने मेरे उत्ते ऐसी किरपा दे दी, ऐसा ज्ञान दे दिता गुरु ने, ऐसी किरपा कर दी मेरे अंदर, मैनू ऐसी कार्य ला दिता। लाहे पर्दा ठाकुर जो पेटियो, तो बिसरी तात पर आई। हौमे दा पर्दा देखो बूंद सागर च जा रही है। मालक परमात्मा इत्थे शरीर दे विच ही मालक परमात्मा नूं मिल रहे हैं। लाहे पर्दा ठाकुर जो पेटियो, हौमे दा पर्दा परे करता। मालक परमात्मा इकमिक हो गई पाई, बच्चा प्यो दी गोदी च चढ़ गया। लाहे पर्दा ठाकुर जो पेटियो, तो बिसरी तात पर आई। तां जिहड़ी हैगी तात कहंदे ईरखा पर आई, माया नूं फलाना टिमका, वो सारी दी सारी साड़ा बिसर गया पाए। कहो ना जाई एहो अचंभो, सो जाने जिन्हें चाख्या। कहते इनू नहीं डिफाइन किया जा सकता, ये तो अचंभा है। कहते अचंभा देखो अचंभा कह रहे महाराज, ये अचंभो। कहो ना जाई एहो अचंभो, सो जाने जिन्हें चाख्या। कहते वो जानता पाए जिन्हें इनू जिदे ते अवस्था जिते आई है अवस्था। कहो ना जाई एहो अचंभो, सो जाने जिन्हें चाख्या। कहो नानक सच पए विगासा, गुरे निधान हृदय लै राख्या। कहते सच का विकास हो गया हृदय के अंदर, मालक परमात्मा प्रगट हो गए। और जिहड़ा हैगा जीव इंसान जिहड़ा भगती करने वाला जिहड़ा हैगा वो माया की पकड़ तो आज़ाद हो गया। वो भी सच का स्वरूप हो गया भाई। सच सीगा सच हो गया। कहो नानक सच पाए विगासा, विकास हो गया अंदर। गुरे निधान हृदय लै राख्या, गुरु ने किया सारा कुछ। देखो क्रेडिट आखिरी दे फिर गुरु नूं दे रहे महाराज। गुरु ने मेरे अंदर आ खजाना मेरे हृदय दे विच लिया के रख दिता। गुरु दे अनुसार होया, नहीं तो मैं कर ही नहीं सकता। तो मैनू की पता भाई की करना है की नहीं करना। मैनू की पता परमात्मा का जिहड़ा है। अपन किसी नूं इंसान नूं देखो गल करके देखो की पता है मालक परमात्मा है कि नहीं है। वो तो मानता ही नहीं है, अपने आप नूं नहीं मानता। वो तो कहता मैं तो आई हाँ जो कुछ भी हैगा। कहो ना जाए एहो चंबो, सो जाने जिन्हें चाख्या। कहो नानक सच पाए विगासा, गुर निधान हृदय लै राख्या। ये शब्द तो है जी, हाले दो काफ़ी है बाद च लेना। हाँ जी हाँ जी ध्यान सिमरन नहीं करना चाहिए ਆਪਾਂ ਨੂੰ ਨਾ ਹੁਣ। हाँ जी मैं कहा जी ध्यान सिमरन 2 मिनट ਵੱਧ ਲਾ ਲਿਓ ਹੁਣ, ਫਿਰ ਇਹ ਅਗਲੀ ਲੜੀ। हाँ जी हाँ जी हाँ जी हाँ जी बिल्कुल बिल्कुल सही है जी, बिल्कुल सही है, बहुत वधिया जी।